ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਪ੍ਰੋਗਰਾਮ ਡਾਇਲੌਗ ਵਿਦ ਹਮੀਰ ਸਿੰਘ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਹੜ੍ਹ ਵਰਗੀ ਸਿਚੁਏਸ਼ਨ, ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ, ਉਹਦੇ 'ਚ ਸਰਕਾਰਾਂ ਦਾ, ਪ੍ਰਸ਼ਾਸਨ ਦਾ ਰੋਲ, ਮਾਹਰਾਂ ਦਾ ਰੋਲ, ਲੋਕਾਂ ਦੇ ਵਿੱਚ ਇੱਕ ਲੈਵਲ ਦੇ ਪੈਨਿਕ ਕ੍ਰੀਏਟ ਹੋਣਾ, ਇਹ ਸਾਰੀਆਂ ਗੱਲਾਂ ਖਬਰਾਂ ਤੁਸੀਂ ਦੇਖਦੇ ਹੀ ਆ ਰਹੇ ਹੋ, ਲਗਾਤਾਰ ਚੱਲਦੀਆਂ ਨੇ ਮੀਡੀਆ 'ਤੇ, ਟੈਲੀਵਿਜ਼ਨ ਚੈਨਲਾਂ 'ਤੇ ਵੀ, ਅਖਬਾਰਾਂ ਦੇ ਵਿੱਚ ਵੀ, ਸੱਥਾਂ 'ਚ ਵੀ, ਸਾਰੇ ਕਿਤੇ। ਲੋਕ ਬਹੁਤ ਜਗ੍ਹਾ ਘਰੋਂ ਬੇਘਰ ਵੀ ਹੋਏ ਨੇ ਔਰ ਬੜੀ ਜਗ੍ਹਾ ਪਾਣੀ ਵੜ ਗਿਆ ਅੰਦਰ, ਅਤੇ ਉਹ ਸਾਰਾ ਕੁਝ ਹੀ ਉਹਦਾ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਵੀ ਹੋ ਜਾਂਦਾ, ਬਹੁਤ ਖੇਤਰਾਂ ਦੇ ਵਿੱਚ ਲਗਾਤਾਰ ਹੋਇਆ। ਔਰ ਲੋਕ ਇਹ ਵੀ ਕਹਿੰਦੇ ਸੁਣੇ ਗਏ ਕਿ 88 'ਚ ਅਤੇ ਫਿਰ 93 ਦੇ ਵਿੱਚ ਜਿਸ ਕਿਸਮ ਦੇ ਹੜ੍ਹ ਆਏ ਸੀ, ਉਹ ਜਿਹਾ ਡਰ ਲਗਾਤਾਰ ਬਣਿਆ ਹੋਇਆ, ਕਿਉਂਕਿ ਉੱਪਰ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਲੈਵਲ ਦੇ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਉਹ ਜਿਹੜਾ ਪਾਣੀ ਜੇ ਅੱਗੇ ਦੂਜੇ ਪਾਣੀ ਨਾਲ ਮਿਲ ਜਾਂਦਾ ਤਾਂ ਉਹ ਮਿਲ ਕੇ ਫਲੱਡ ਦਾ ਰੂਪ ਬਹੁਤ ਜ਼ਿਆਦਾ ਧਾਰਨ ਕਰਦਾ ਉਸ ਪੱਧਰ ਦੇ ਉੱਤੇ। ਖਾਸ ਤੌਰ 'ਤੇ ਪਟਿਆਲਾ, ਮੋਹਾਲੀ, ਰੋਪੜ, ਫਲੌਰ ਨੇੜੇ, ਇੱਧਰ ਜਲੰਧਰ ਨੇੜੇ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਇਸ ਵਾਰ ਪ੍ਰਭਾਵ ਦੇਖਣ ਨੂੰ ਮਿਲਿਆ। ਇਹਨਾਂ ਗੱਲਾਂ 'ਤੇ, ਇਹ ਗੱਲਾਂ ਜਿਹੜੀਆਂ ਰੂਟੀਨ 'ਚ ਹੋਈਆਂ ਨੇ, ਜਿਹੜੇ ਨੁਕਸਾਨ ਸਾਰੇ ਹੋਏ ਨੇ, ਉਹਨਾਂ ਬਾਰੇ ਚਰਚਾ ਬਹੁਤ ਹੋ ਚੁੱਕੀ ਹੈ, ਪਰ ਇਹਦੇ ਪਿਛਲੀਆਂ ਗੱਲਾਂ ਜਾਂ ਫਿਊਚਰ ਦੇ ਵਿੱਚ ਕੁਝ ਹੋਰ ਚੀਜ਼ਾਂ ਜਿਹੜੀਆਂ ਕਰਨ ਵਾਲਿਆਂ ਦੀ ਲੋੜ ਹੈ, ਉਹਨਾਂ ਸਾਰੀਆਂ ਗੱਲਾਂ 'ਤੇ ਚਰਚਾ ਕਰਨ ਲਈ ਅਸੀਂ ਮਾਹਰਾਂ ਨੂੰ ਸੱਦਾ ਦਿੱਤਾ ਤਾਂ ਕਿ ਇਦੋਂ ਅਗਲੀਆਂ ਗੱਲਾਂ ਵੀ ਸੋਚੀਆਂ ਜਾ ਸਕਣ, ਜਾਂ ਇਹਦੇ ਪ੍ਰੀਵੈਂਟਿਵ ਮੈਜਰਜ਼, ਜਾਂ ਕਿਹੜੇ ਨੁਕਸਾਨ ਨੇ, ਕਿਹੜੇ ਪੋਲਿਸੀ ਡਿਸੀਜਨ ਨੇ ਹੋ ਜਾਂਦੇ ਨੇ ਪਰ ਉਹਨਾਂ 'ਤੇ ਅਮਲ ਨਹੀਂ ਹੁੰਦਾ, ਉਹਦੇ ਰੀਜ਼ਨ ਕੀ ਨੇ, ਚਰਚਾ ਕਰਾਂਗੇ। ਅੱਜ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਇੰਜੀਨੀਅਰ, ਰਿਟਾਇਰਡ ਚੀਫ ਇੰਜੀਨੀਅਰ ਨੇ ਪਰਮਿੰਦਰ ਸਿੰਘ ਭੋਗਲ ਸਾਹਿਬ, ਜਿਹੜੇ ਲੰਮਾ ਸਮਾਂ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨਾਲ ਕਿਸੇ ਨਾ ਕਿਸੇ ਨਾਲ ਤਰ੍ਹਾਂ ਵਾਬਸਤਾ ਰਹੇ ਨੇ, ਅਤੇ ਇਹਨਾਂ ਨੇ ਇੱਕ ਬਲਕਿ ਹੜ੍ਹਾਂ 'ਤੇ ਤਾਂ ਹੁਣੇ ਮੈਨੂੰ ਅੱਜ ਹੀ ਇਹਨਾਂ ਨੇ ਕਿਤਾਬ ਵੀ ਦਿੱਤੀ ਹੈ, ਅਤੇ ਕਿਤਾਬ ਇਹਨਾਂ ਨੇ ਲਿਖੀ ਹੈ ਪ੍ਰੈਕਟੀਕਲ ਮੈਜਰਜ਼ ਆਫ ਦੀ ਫਲੱਡ ਮੈਨੇਜਮੈਂਟ, ਮਤਲਬ ਹੜ੍ਹਾਂ 'ਤੇ ਕੀ ਕੁਝ ਹੋਣਾ ਚਾਹੀਦਾ, ਅਤੇ ਇਸ ਲਈ ਇਸ ਮਾਮਲੇ ਦੇ ਵਿੱਚ ਇਹ ਕਾਫੀ ਸੂਟੇਬਲ ਹੋਣਗੇ ਇਸ ਮਾਮਲੇ 'ਚ। ਦੂਸਰੇ ਸਾਡੇ ਮਹਿਮਾਨ ਨੇ ਸਰਦਾਰ ਬਲਵਿੰਦਰ ਸਿੰਘ ਸਿੱਧੂ, ਜਿਹੜੇ ਲੰਮਾ ਸਮਾਂ ਪੰਜਾਬ ਦੇ ਡਾਇਰੈਕਟਰ ਐਗਰੀਕਲਚਰ ਰਹੇ, ਕਮਿਸ਼ਨਰ ਐਗਰੀਕਲਚਰ ਰਹੇ, ਜਿਹੜੇ ਖੇਤੀਬਾੜੀ ਦੇ ਸੋਭੇ ਨੂੰ ਤਾਂ ਓਵਰਆਲ ਜਾਣਦੇ ਹੀ ਨੇ, ਪਰ ਬੈਕਗਰਾਊਂਡ ਇਹਨਾਂ ਦੀ ਵੀ ਪਾਣੀਆਂ ਨਾਲ ਜ਼ਿਆਦਾ ਜੁੜੀ ਹੋਈ ਹੈ, ਕਿਉਂਕਿ ਇੰਜੀਨੀਅਰ ਇਹਨਾਂ ਦੀ ਪਾਣੀ ਦੇ ਮਾਮਲੇ ਦੇ ਵਿੱਚ ਹੈ। ਔਰ ਉਸੇ ਲਈ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਪੰਜਾਬ ਦੀ ਟੋਟਲ ਜੋਗਰਾਫੀ ਨੂੰ, ਪੰਜਾਬ ਦੀ ਸਿਆਸਤ ਨਾਲ ਜੁੜੇ ਸਾਰੇ ਸੋਭਿਆਂ ਨੂੰ, ਪ੍ਰਸ਼ਾਸਨਿਕ ਤੰਤਰ ਨੂੰ, ਸਭ ਨੂੰ ਨੇੜਿਓਂ ਜਾਣਦੇ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਥੈਂਕ ਯੂ। ਸਭ ਤੋਂ ਪਹਿਲਾਂ ਮੈਂ ਭੋਗਲ ਸਾਹਿਬ ਜੇ ਤੁਹਾਡੇ ਤੋਂ ਹੀ ਸ਼ੁਰੂ ਕਰਾਂ, ਹਾਂਜੀ, ਕਿ ਫਲੱਡ ਜਿਹੜੇ ਨੇ, ਪੰਜਾਬ ਕਿਸ ਲੈਵਲ ਦਾ ਫਲੱਡ ਪ੍ਰੋਨ ਇਲਾਕਾ ਹੈ, ਅਤੇ ਕਿੰਨੇ ਕੁ ਆਉਣ ਦੇ ਚਾਂਸ ਹੁੰਦੇ ਨੇ ਲਗਾਤਾਰ, ਔਰ ਜੇ ਜ਼ਿਆਦਾ ਚਾਂਸ ਨੇ ਤਾਂ ਅਸੀਂ ਜ਼ਿਆਦਾ ਤਰੱਦਦ ਕਿੰਨਾ ਕਰਨਾ, ਜੇ ਕਈ ਵਾਰ ਹੁੰਦਾ ਵੀ ਘੱਟ ਚਾਂਸ ਨੇ ਤਾਂ ਬੰਦੇ ਉਹੀ ਜਿਹੀ ਲਾਈਨ ਲਈ ਜਾਂਦੀ ਹੁੰਦੀ ਹੈ। ਸਥਿਤੀ ਕੀ ਹੈ ਪੰਜਾਬ ਦੀ? ਦੇਖੋ, ਪੰਜਾਬ ਦੇ ਵਿੱਚ ਜਿਹੜੇ ਤਿੰਨੇ ਮੇਨ ਪੀਰੀਨੀਅਲ ਰਿਵਰ ਦਾ, ਰਾਵੀ, ਸਤਲੁਜ, ਬਿਆਸ, ਜਿਹੜੇ ਤਕਰੀਬਨ ਸਾਰਾ ਸਾਲ ਹੀ ਫਲੋ ਕਰਦੇ ਆ, ਉਹਨਾਂ ਦੇ ਵਿੱਚ ਤਿੰਨਾਂ ਦੇ ਉੱਪਰ ਰੈਜ਼ਰਵਾਰਸ ਬਣੀਆਂ ਨੇ, ਭਾਖੜਾ ਡੈਮ, ਪੌਂਗ ਡੈਮ ਅਤੇ ਥੀਨ ਡੈਮ। ਉਹਨਾਂ ਦੇ ਉੱਪਰ ਜਿੰਨਾ ਵੀ ਇਨਫਲੋ ਉੱਪਰੋਂ ਕੈਚਮੈਂਟ ਦਾ ਆਉਂਦਾ, ਉਹ ਰੈਜ਼ਰਵਾਰ ਦਾ ਬਹੁਤ ਹੈਲਪਫੁਲ ਨੇ, ਸਾਰਾ ਪਾਣੀ ਉੱਥੇ ਰੁਕਿਆ ਜਾਂਦਾ। ਜਿਹੜਾ ਡਾਊਨ ਸਟਰੀਮ ਦੀ ਰੈਜ਼ਰਵਾਰ ਹੈਗਾ, ਤਿੰਨੇ ਡੈਮਾਂ ਦੇ ਡਾਊਨ ਸਟਰੀਮ ਜਿਹੜਾ ਕੈਚਮੈਂਟ ਏਰੀਆ ਹੈ, ਉਹ ਸਾਰਾ ਪਾਣੀ ਹਿਮਾਚਲ 'ਚੋਂ ਫਲੋ ਹੋ ਕੇ, ਕੁਛ JNK 'ਚੋਂ, ਰਾਵੀ 'ਚੋਂ ਫਲੋ ਹੋ ਕੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਆ ਕੇ ਸਾਰਾ ਫਲੱਡਿੰਗ ਕਰਦਾ ਹੈਗਾ। ਉਹ ਇੱਕ ਨੈਚੁਰਲ ਟੋਪੋਗ੍ਰਾਫੀ ਇਸ ਤਰ੍ਹਾਂ ਬਣੀ ਹੋਆ ਕਿ ਸਤਲੁਜ ਜਿੱਦਾਂ ਹੁਣ ਇਨਸਪੇਟ ਹੈਗਾ ਡਿਊ ਟੂ ਹਾਈਵੀ ਰੇਨਫਾਲ ਇਨ ਹਿਮਾਚਲ, ਇੱਦਾਂ ਰਾਵੀ ਅਤੇ ਬਿਆਸ JNK 'ਚ ਰੇਨਫਾਲ ਨਾਲ ਵੀ ਹੈਗੇ ਨੇ। ਸੋ ਇਹ ਇੱਕ ਨੈਚੁਰਲ ਫਿਨੋਮੀਨਾ ਹੈ। ਇਹ ਫਲੱਡ ਜਿਹੜੇ ਪੰਜਾਬ 'ਚ ਫਰੀਕੁਐਂਟ ਨੇ, ਤਕਰੀਬਨ 20% ਏਰੀਆ ਇਨ ਪੰਜਾਬ ਇਜ਼ ਫਲੱਡ ਪ੍ਰੋਨ ਏਰੀਆ ਅਲੋਂਗ ਦੀਜ਼ ਰਿਵਰਸ। ਸੋ ਇਹਦੇ ਵਿੱਚ ਗੌਰਮੈਂਟ ਵੱਲੋਂ ਓਵਰ ਦੀ ਟਾਈਮ ਕਾਫੀ ਮੇਜਰਸ ਵੀ ਲਾਏ ਗਏ ਨੇ, ਬਟ ਸਟਿਲ ਦੇਰ ਇਜ਼ ਅ ਲੋਟ ਨੀਡਸ ਟੂ ਬੀ ਡਨ, ਬਿਕੋਜ਼ ਜਿੰਨੀਆਂ ਫਲੱਡ ਪ੍ਰੋਟੈਕਸ਼ਨ ਐਮਬੈਂਕਮੈਂਟ ਬਣੀਆਂ ਤਿੰਨਾਂ ਰਿਵਰਸ ਦੇ ਅਲੋਂਗ, ਉਹਨਾਂ ਦੀ ਰੈਗੂਲਰ ਮੇਨਟੇਨੈਂਸ ਵਗੈਰਾ, ਉਹਨਾਂ ਦੀ ਰੈਗੂਲਰ ਮੋਨੀਟਰਿੰਗ, ਰੈਗੂਲਰ ਰਿਪਲੈਨਿਸ਼ਮੈਂਟ, ਰੈਗੂਲਰ ਵਾਚ ਐਂਡ ਵਾਰਡ ਬਹੁਤ ਜ਼ਰੂਰੀ ਹੈ। ਸੋ ਜਿੱਥੇ ਰੈਜ਼ਰਵਾਰਸ ਆਪਣਾ ਫਲੱਡ ਕੰਟਰੋਲ ਦੇ ਪਾਣੀ ਰੋਕ ਰਹੀਆਂ, ਡਾਊਨ ਸਟਰੀਮ ਪਾਣੀ ਜਿੰਨਾ ਰੈਜ਼ਰਵਾਰ 'ਤੇ ਹੈਗਾ, ਜਿਹੜਾ ਪੰਜਾਬ 'ਚ ਫਰੋਮ ਹਿਮਾਚਲ ਜਾਂ JNK ਐਂਟਰ ਹੋ ਰਿਹਾ, ਉਹਦੇ ਵਾਸਤੇ ਸਟੇਟ ਗੌਰਮੈਂਟ ਨੂੰ ਬਿਫੋਰ ਦੀ ਫਲੱਡਸ ਸਾਰੇ ਪ੍ਰੋਟੈਕਸ਼ਨ ਮੇਜਰ, ਸਾਰੇ ਜਿਹੜੇ ਪ੍ਰੀਕਾਸ਼ਨਰੀ ਮੇਜਰਸ ਲੈਣੇ ਜ਼ਰੂਰੀ ਆ। ਫਾਰ ਐਗਜ਼ਾਮਪਲ ਕਿ ਦੇ ਮਸਟ ਇੰਸਪੈਕਟ ਦਾ ਡਿਸਟ੍ਰਿਕਟ ਲੈਵਲ ਕਮੇਟੀ ਹੈਡਡ ਬਾਈ ਦ ਡਿਪਟੀ ਕਮਿਸ਼ਨਰ ਅਲੋਂਗ ਵਿਦ ਆਲ ਇੰਜੀਨੀਅਰਸ ਐਂਡ ਅਦਰ ਕੰਸਰਨਡ, ਇੰਸਪੈਕਟ ਕਰੇ ਵੀ ਜਿੰਨੇ ਫਲੱਡ ਪ੍ਰੋਟੈਕਸ਼ਨ ਵਰਕਸ ਹੈਗੇ ਨੇ ਜਾਂ ਫਲੱਡ ਪ੍ਰੋਟੈਕਸ਼ਨ ਐਮਬੈਂਕਮੈਂਟਸ ਆ, ਉਹਨਾਂ ਸਾਰਿਆਂ ਨੂੰ ਪ੍ਰੋਪਰ ਇੰਸਪੈਕਸ਼ਨ ਕਰੋ,
ਜਿੱਥੇ ਕਿਤੇ ਕੋਈ ਕਮੀ ਪੇਸ਼ੀ ਆ ਜਾਂ ਕੋਈ ਰਿਪਲੈਨਿਸ਼ਮੈਂਟ ਦੀ ਲੋੜ ਆ ਜਾਂ ਕੋਈ ਐਡੀਸ਼ਨ ਦੀ ਲੋੜ ਆ, ਕੋਈ ਵਲਨਰੇਬਲ ਪੁਆਇੰਟਸ ਆ, ਉਹਨਾਂ ਦੇ ਉੱਪਰ ਟਾਈਮਲੀ ਇਨ ਦਾ ਮੰਥ ਆਫ ਮਈ ਔਰ ਜੂਨ ਉਹਨਾਂ ਨੂੰ ਸਟਰੈਂਥਨ ਕਰਤਾ ਜਾਵੇ ਤਾਂ ਕਿ ਕੋਈ ਬ੍ਰੀਚ ਦਾ ਸਕੋਪ ਨਾ ਰਹੇ ਡਿਊਰਿੰਗ ਦੀ ਫਲੱਡਸ। ਦੂਸਰਾ ਵੀ ਜਿੰਨੀਆਂ ਡਰੇਨਸ ਹੈ ਦੇ ਨੀਡਸ ਟੂ ਬੀ ਡੀਸਿਲਟਡ ਬਿਫੋਰ ਦੀ ਸਟਾਰਟ ਆਫ ਮੌਨਸੂਨ, ਉਹਨਾਂ ਵੇਲੇ ਵੀ ਕੰਮ ਅਪ੍ਰੈਲ ਜਾਂ ਮਈ ਜੂਨ ਅਪ੍ਰੈਲ 'ਚ ਸ਼ੁਰੂ ਹੋ ਕੇ ਜੂਨ ਤੱਕ ਕੰਪਲੀਟ ਹੋ ਜਾਣਾ ਚਾਹੀਦਾ। ਆਲ ਡਰੇਨੇਜ ਨੈਟਵਰਕ ਕਾਫੀ ਲੰਬਾ ਨੈਟਵਰਕ ਹੈ ਪੰਜਾਬ ਦੇ ਵਿੱਚ, ਉਹ ਸਾਰਾ ਡੀਸਲਟ ਹੋਣਾ ਚਾਹੀਦਾ ਤਾਂ ਕਿ ਫਲੱਡ ਕੈਰਿੰਗ ਕਪੈਸਿਟੀ ਉਹ ਸਾਰੀਆਂ ਡਰੇਨਸ ਦੀ ਪ੍ਰੋਪਰ ਹੋ ਜਾਏ ਤਾਂ ਕਿ ਚੈਨਲਾਈਜੇਸ਼ਨ ਜਿਹੜਾ ਜਿੱਥੇ ਕਿਤੇ ਚੈਨਲਾਈਜੇਸ਼ਨ ਦੀ ਲੋੜ ਹੈਗੀ ਆ ਕੋਈ ਡਰੇਨ ਨੂੰ ਜਾਂ ਚੋ ਨੂੰ ਜਿੱਦਾਂ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਕਾਫੀ ਚੋ ਨੇ ਜਿਨ੍ਹਾਂ ਦੇ ਚੈਨਲਾਈਜੇਸ਼ਨ ਕਈ ਜਗ੍ਹਾ ਨੀਡਡ ਹੈਗੀ ਆ, ਉਹ ਟਾਈਮਲੀ ਹੋ ਜਾਣੀ ਚਾਹੀਦੀ ਹੈ। ਦੂਸਰਾ ਵੀ ਬਿਫੋਰ ਦੀ ਫਲੱਡ ਕੰਟਰੋਲ ਰੂਮਸ ਐਸਟੈਬਲਿਸ਼ ਹੋ ਜਾਣੇ ਚਾਹੀਦੇ, ਉੱਥੇ ਮੈਨ ਪਾਵਰ ਕਿਹੜੀ ਹੋਏਗੀ, ਉਹਨਾਂ ਦੇ ਸਾਰੇ ਨੰਬਰ ਪਬਲਿਕ ਨੂੰ ਟਾਈਮਲੀ ਇੰਟੀਮੇਸ਼ਨ ਫੋਰਕਾਸਟਿੰਗ ਔਰ ਸਾਰਾ ਮਤਲਬ ਟਾਈਮਲੀ ਫਲੱਡ ਵਾਰਨਿੰਗ ਜਿਹੜੀ ਆ ਉਹ ਪਬਲਿਕ ਨੂੰ ਟਾਈਮ ਟੂ ਟਾਈਮ ਪਹਿਲਾਂ ਹੋਣੀ ਚਾਹੀਦੀ ਆ। ਅੱਜ ਕੱਲ੍ਹ ਫਲੱਡ ਫੋਰਕਾਸਟਿੰਗ ਸਿਸਟਮ ਜਿਹੜਾ IMD ਨੇ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਕਾਫੀ ਸਾਊਂਡ ਬਣਾਇਆ, ਉਹਦੇ ਨਾਲ ਸਾਨੂੰ ਫਲੱਡ ਵਾਰਨਿੰਗ ਆਉਣੀ ਆ ਤਕਰੀਬਨ 4-5 ਦਿਨ ਪਹਿਲਾਂ 95% ਰਿਲਾਇਬਲ ਫਲੱਡ ਫੋਰਕਾਸਟਿੰਗ ਮਿਲ ਜਾਂਦੀ ਹੈ ਅਤੇ ਜਿਹਦੇ ਨਾਲ ਅਸੀਂ ਵੀ ਕੈਨ ਪ੍ਰੀ ਪਲਾਨ ਲੋਕਾਂ ਨੂੰ ਇਵੈਕੂਏਟ ਕਰ ਸਕਦੇ ਜਾਂ ਜੇ ਵਲਨਰੇਬਲ ਪੁਆਇੰਟ 'ਤੇ ਕੋਈ ਹੋਰ ਸਟਰੈਂਥਨਿੰਗ ਦੀ ਲੋੜ ਆ ਜਾਂ ਕੋਈ ਉੱਥੇ ਪੈਟਰੋਲਿੰਗ ਕਰਨ ਦੀ ਲੋੜ ਆ ਉਹ ਕਰ ਸਕਦੇ। ਸੋ ਇਹ ਸਾਰੇ ਇਹ ਜਿਹੜਾ ਹੈਗਾ ਇੱਕ ਸਿਧਾਂਤਕ ਪੱਧਰ ਦੀ ਗੱਲ ਵੀ ਐਵੇਂ ਹੋਣੀ ਚਾਹੀਦੀ ਹਾਂ, ਇਹ ਹੋਣੇ ਚਾਹੀਦੇ। DC ਦੀ ਅਗਵਾਈ 'ਚ ਕਮੇਟੀ ਹੋਵੇ, DC ਦੀ ਅਗਵਾਈ ਦੇ ਵਿੱਚ ਕਮੇਟੀ ਸੁਪਰਵਾਈਜ਼ ਕਰੇ, ਫਿਰ ਉਹਦੀ ਸਫਾਈ ਲਗਾਤਾਰ ਟਾਈਮਲੀ ਹੋਵੇ, ਫਿਰ ਉਹਦੇ ਤੇ ਲੋਕਾਂ ਨੂੰ ਪਤਾ ਹੋਵੇ ਕੌਣ ਕੌਣ ਬੰਦੇ ਨੇ ਕਿਹਨੂੰ ਅਪਰੋਚ ਕੀਤਾ ਜਾ ਸਕਦਾ ਹੈ। ਮਤਲਬ ਕਹਿਣ ਦਾ ਮਤਲਬ ਇਹ ਹੈ। ਪਰ ਪ੍ਰੈਕਟਿਸ ਦੇ ਵਿੱਚ ਜਿਹੜਾ ਹੈ ਇੱਕ ਤਾਂ ਫੰਡਸ ਦਾ ਇਸ਼ੂ ਹੈ, ਫੰਡ ਪ੍ਰੋਪਰ ਸਮੇਂ ਤੇ ਮਿਲਦੇ ਨੇ ਕਿਉਂਕਿ ਸਫਾਈ ਸਫੂਈ ਐਵੇਂ ਤਾਂ ਹੋਣੀ ਨਹੀਂ, ਬਾਕੀ ਚੀਜ਼ਾਂ ਸਾਰੀਆਂ ਜੁੜੀਆਂ ਹੁੰਦੀਆਂ ਨੇ ਉਹ ਸਾਰੇ ਕੰਮ ਦੇ ਨਾਲ। ਬਜਟਰੀ ਪ੍ਰੋਵੀਜ਼ਨ ਪ੍ਰੋਪਰ ਹੋ ਜਾਂਦੀ ਹੈ, ਐਲੋਕੇਸ਼ਨ ਹੋ ਜਾਂਦੀ ਹੈ ਜਾਂ ਨਹੀਂ ਹੋ ਜਾਂਦੀ, ਫਿਰ ਪ੍ਰਸ਼ਾਸਨ ਇਹਨੂੰ ਪੂਰਾ ਕਰ ਪਾਉਂਦਾ ਜਾਂ ਨਹੀਂ, ਇਹ ਕਿੰਨੀ ਇਸ ਤਰ੍ਹਾਂ ਹੈ। ਜਿਹੜੇ ਫਲੱਡਸ ਆ ਨਾ, ਅਸੀਂ ਫਲੱਡ ਨੂੰ ਰੋਕ ਨਹੀਂ ਸਕਦੇ, ਫਲੱਡ ਨੂੰ ਅਸੀਂ ਸਿਰਫ ਉਹਨਾਂ ਦੀ ਜਿਹੜੀ ਮਿਜ਼ਰੀ ਆ ਜਾਂ ਡੈਮੇਜ ਆ ਉਹਨੂੰ ਅਸੀਂ ਘਟਾ ਸਕਦੇ ਹਾਂ, ਮਿਟੀਗੇਟ ਕਰ ਸਕਦੇ ਹਾਂ। We cannot eliminate floods, only we can mitigate the flood damages or suffering of the people due to floods. ਉਹਦੇ ਵਾਸਤੇ ਇਹੀ ਆ ਵੀ ਜਿੱਦਾਂ ਸਰ ਹਮੀਰ ਸਿੰਘ ਨੇ ਦੱਸਿਆ ਵੀ ਸਟੇਟ ਦੀ ਪ੍ਰੋਪਰ ਮੈਨੇਜਮੈਂਟ, ਪ੍ਰੀ ਪਲਾਨਿੰਗ, ਪ੍ਰੀਪੇਅਰਡਨੈਸ ਹੋਵੇ, ਜਿੱਥੇ ਫੰਡਸ ਦੀ ਲੋੜ ਆ ਫੰਡ ਦਿੱਤੇ ਜਾਣ, ਜਿੱਥੇ ਮੈਨੇਜਮੈਂਟ ਦੀ ਹੋਰ ਮੇਜਰਸ ਦੀ ਲੋੜ ਆ ਉਹ ਟਾਈਮਲੀ ਸਭ ਕੁਛ ਬਿਫੋਰ ਦੀ ਸਟਾਰਟ ਆਫ ਮੌਨਸੂਨ ਹੋਵੇ ਤਾਂ ਉਹਦੇ ਨਾਲ ਘੱਟ ਤੋਂ ਘੱਟ 50% ਫਲੱਡ ਡੈਮੇਜ ਜਾਂ ਫਲੱਡ ਮਿਜ਼ਰੀਜ਼ ਲੋਕਾਂ ਦੀ ਆਪਾਂ ਅਰੈਸਟ ਕਰ ਸਕਦੇ ਹਾਂ, ਘਟਾ ਸਕਦੇ ਹਾਂ। ਆਫ ਕੋਰਸ ਫਲੱਡ ਡੈਮੇਜਸ ਜਿਹੜੇ ਆ ਆਪਾਂ ਐਲੀਮੀਨੇਟ ਨਹੀਂ ਕਰ ਸਕਦੇ, ਬਟ ਵੀ ਕੈਨ ਟੂ ਗ੍ਰੇਟ ਐਕਸਟੈਂਟ ਇਟ ਕੈਨ ਬੀ ਮਿਨੀਮਾਈਜ਼ਡ ਐਂਡ ਕੰਟਰੋਲਡ ਵਿਦ ਦਾ ਪ੍ਰੋਪਰ ਪਲਾਨਿੰਗ, ਫੰਡਿੰਗ, ਮੈਨੇਜਮੈਂਟ ਐਂਡ ਪ੍ਰੀ ਫਲੱਡ ਰਿਕੁਆਇਰਮੈਂਟ ਜਿਹੜੀਆਂ ਮੈਂ ਪਹਿਲਾਂ ਦੱਸੀ। ਸਿੱਧੂ ਸਾਹਿਬ ਜਿਹੜਾ ਇਹ ਓਵਰਆਲ ਮਾਹੌਲ ਆਪਾਂ ਦੇਖਦੇ ਕਿ ਵੱਡੇ ਫਲੱਡ ਤਾਂ ਕਾਫੀ ਸਮਾਂ ਕਈ ਸਾਲ ਲੰਘ ਜਾਂਦੇ ਨੇ, ਮਤਲਬ ਜਿੱਥੇ ਬਹੁਤ ਵੱਡੇ ਉਸ ਲੈਵਲ 'ਤੇ ਤਾਂ ਨਹੀਂ ਆਉਂਦੇ। ਕੁਝ ਰੀਜਨ ਹੈਗੇ ਨੇ ਜਿੱਥੇ ਲਗਾਤਾਰ ਹਰ ਸਾਲ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ, ਜਿਵੇਂ ਬੇਟ ਦੇ ਇਲਾਕੇ ਨੇ, ਕਈ ਵਾਰ ਤੁਸੀਂ ਬੰਨ੍ਹ ਨੇ ਜਿਹੜੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਕਰਕੇ ਟੁੱਟ ਜਾਂਦੇ ਨੇ। ਰੋਪੜ ਨੇੜੇ ਸਿਵਾਨ ਨਦੀ ਦਾ ਮਾਮਲਾ ਹੈ, ਕਦੇ ਨਾ ਕਦੇ ਹੋ ਜਾਂਦਾ। ਇੱਧਰ ਘੱਗਰ ਵਾਲੀ ਬੈਲਟ ਦੇ ਵਿੱਚ ਵੀ ਜਦੋਂ ਪਾਣੀ ਮੀਂਹ ਥੋੜ੍ਹਾ ਜ਼ਿਆਦਾ ਪੈ ਗਿਆ, ਲਗਾਤਾਰ ਪ੍ਰੋਬਲਮ ਜਿਹੜੇ ਇਹੋ ਜਿਹੀਆਂ ਪ੍ਰੋਬਲਮ ਜਿਹੜੀਆਂ ਲਗਾਤਾਰ ਨੇ, ਜਿੱਥੇ ਸਾਨੂੰ ਪਤਾ ਕਿ ਇਹ ਤਾਂ ਥੋੜੀਆਂ ਨੇ, ਐਡੀ ਵੀ ਨਹੀਂ ਹੈ ਗੱਲ ਕਿ ਬਹੁਤ ਜ਼ਿਆਦਾ ਕੋਈ ਉਸ ਪੱਧਰ ਦੇ ਉੱਤੇ ਗੱਲ ਹੈ। ਫਿਰ ਨਵੀਂ SYL ਬਣ ਗਈ ਜਿਹੜੀ ਬਣੀ ਹੋਈ ਹੈ, ਵਿੱਚ ਦਰਖਤ ਹੋ ਗਏ ਅਤੇ ਚਾਰ ਸਫੇਰੇ ਸਾਰਾ ਕੁਝ ਹੋ ਗਿਆ, ਕਿਤੇ ਨਾ ਕਿਤੇ ਉਹ ਚੀਜ਼ਾਂ ਨੇ। ਨਾਰਮਲੀ ਇਹ ਕਿਹਾ ਜਾਂਦਾ ਜਿਹੜਾ ਆਮ ਪ੍ਰਚਲਿਤ ਹੈ ਗੱਲ ਕਿ ਬਜਟ ਤਾਂ ਹੜ੍ਹਾਂ ਲਈ ਰੱਖਿਆ ਜਾਂਦਾ, ਬਜਟ ਦੇ ਵਿੱਚ ਤਾਂ ਵੀ ਇੰਨਾ ਫਲੱਡ ਕੰਟਰੋਲ ਦੇ ਲਈ ਹੈ, ਅਤੇ ਉਹਦਾ ਜਿਹੜਾ ਸਾਰਾ ਰਿਲੀਜ਼ ਕਰਨਾ ਜਾਂ ਬਾਕੀ ਕੰਟਰੈਕਟ ਹੋਣੇ ਨੇ, ਕਦੋਂ ਸਾਫ ਸਫਾਈ ਹੋਣੀ ਹੈ ਹੇਠਾਂ ਤੱਕ, ਈਵਨ ਖਾਲਿਆਂ ਤੱਕ, ਸੂਇਆਂ ਤੱਕ, ਕੱਸੀਆਂ ਤੱਕ, ਅੱਗੇ ਤੱਕ ਜਾ ਕੇ ਜਿਹੜੀ ਸਾਫ ਸਫਾਈ ਹੋਣੀ ਹੁੰਦੀ ਹੈ ਟੋਟਲ, ਉਹ ਨਹੀਂ ਹੁੰਦੀ, ਉਹ ਵਿੱਚ ਵਿਚਾਲੇ ਜੇ ਕਿਤੇ ਨਾ ਕਿਤੇ ਰਹਿ ਜਾਂਦੀ ਹੈ। ਈਵਨ ਐਸੇ ਐਗਜ਼ਾਮਪਲ ਮੈਂ ਤੁਹਾਨੂੰ ਪਿਛਲੇ 2019 'ਚ ਹੜ੍ਹ ਆਏ ਸੀ ਕੁਝ ਪਿੰਡਾਂ 'ਚ, ਸ਼ਾਹਕੋਟ ਦੇ ਏਰੀਏ 'ਚ ਕਾਫੀ ਜ਼ਿਆਦਾ ਆਏ ਸੀ। ਉਹ 2019 ਵਾਲੇ 'ਚ ਅਸੀਂ ਬਾਬਾ ਸੀਚੇਵਾਲ ਉੱਥੇ ਖੜਾ ਸੀ, ਬਾਕੀ ਚੀਜ਼ਾਂ। ਐਤਕੀ ਜਦੋਂ ਖੜਾ ਮੈਂ ਉਹਨਾਂ ਨੂੰ ਪੁੱਛਿਆ ਵੀ ਐਤਕੀ ਫਿਰ ਕੀ ਆ, ਔਰ ਉਹ ਉੱਥੇ ਲੈ ਕੇ ਗਏ ਚੀਫ ਮਿਨਿਸਟਰ ਨੂੰ 2022 'ਚ, ਪਿਛਲੇ ਸਾਲ ਮਈ 'ਚ ਉਹਨਾਂ ਨੇ ਐਲਾਨ ਕੀਤਾ ਵੀ ਇੱਥੇ ਤਾਂ ਸਾਰਾ ਕੁਝ ਕਰਾਂਗੇ ਆਪਾਂ। ਅਤੇ ਐਤਕੀ 28 ਜੂਨ ਨੂੰ ਕੰਮ ਸ਼ੁਰੂ ਹੋਇਆ ਅਤੇ 5 ਜੁਲਾਈ ਤੋਂ ਵੀ ਸ਼ੁਰੂ ਹੋ ਗਿਆ। ਉਹ ਵਿੱਚੇ ਜਿਹੜਾ ਸਾਰਾ ਕੁਛ ਹੀ ਰੁਲ ਗਿਆ, ਮਤਲਬ ਜਿੰਨੇ ਕੁ ਪੈਸੇ ਵੀ ਖਰਚ ਹੋਏ ਹੋਣਗੇ ਸਾਰਾ ਕੁਝ ਕੰਪਲੀਟ ਨਹੀਂ ਚੀਜ਼ਾਂ ਹੋਈਆਂ ਜਿਹੜੀਆਂ ਉਸ ਮਾਮਲੇ ਦੇ ਉੱਤੇ। ਕੀ ਇਹਦੇ ਲਈ ਮਤਲਬ ਓਵਰਆਲ
ਇੱਕ ਤਾਂ ਹੁੰਦਾ ਕਿ ਡਿਪਾਰਟਮੈਂਟ ਦੀ ਵੀ ਤਾਂ ਜ਼ਿੰਮੇਵਾਰੀ ਹੁੰਦੀ ਹੈ, ਜਿਹੜਾ ਕੰਸਰਨ ਡਿਪਾਰਟਮੈਂਟ ਹੈ, ਜਿਵੇਂ ਜਿਹੜਾ ਡਰੇਨੇਜ ਡਿਪਾਰਟਮੈਂਟ ਹੁੰਦਾ ਉਹਦਾ ਆਪਣਾ ਵੀ ਇੱਕ ਜ਼ਿੰਮੇਵਾਰੀ ਹੈ। ਉਹਦੇ ਆਫੀਸਰ ਵੀ ਕਿੰਨਾ ਕਰੌੜਾ ਰੱਪਾ ਪਾ ਕੇ ਸਰਕਾਰ ਤੋਂ ਜਾਂ ਉਹ ਚੀਜ਼ਾਂ ਲੈਂਦੇ ਨੇ, ਟਾਈਮਲੀ ਕੀ ਹੁੰਦਾ। ਔਰ ਪੋਲੀਟੀਕਲ ਬਿਊਰੋਕ੍ਰੇਸੀ ਦੀ ਵੀ, ਲੀਡਰਸ਼ਿਪ ਦੀ ਵੀ ਇੱਕ ਜ਼ਿੰਮੇਵਾਰੀ ਹੈ ਉਸ ਪੱਧਰ ਦੇ ਉੱਤੇ। ਤੇ ਅੱਗੇ ਜਾ ਕੇ ਜਿਹੜਾ ਉਹ ਸਾਰੇ ਮਾਮਲੇ 'ਚ ਦੱਬਿਆ ਹੋਇਆ ਮਾਮਲਾ ਵੀ ਹੈ, ਲੋਕਾਂ ਨੇ ਦੱਬ ਵੀ ਰੱਖੇ ਨੇ ਨਾ ਬਹੁਤ ਜ਼ਿਆਦਾ। ਉਹ ਤਾਂ ਖਲਾ ਮੌਕੇ ਤੇ ਤਾਂ ਖੁੱਲਣਗੇ ਨਹੀਂ, ਉਹ ਇੱਕ ਲੰਬੀ ਸਟ੍ਰੈਟਜੀ ਦਾ ਇਸ਼ੂ ਹੈ। ਇਹਨੂੰ ਲੌਂਗ ਪਰਸਪੈਕਟਿਵ ਦੇ ਵਿੱਚ ਤੇ ਸਾਲ ਟੂ ਸਾਲ ਕਿਵੇਂ ਤੁਸੀਂ ਦੇ ਦਿਓ, ਕਿੰਨਾ ਕੁ ਹੁੰਦਾ ਪ੍ਰੈਕਟੀਕਲ ਕੰਮ ਇਹਦੇ 'ਚ? ਦੇਖੋ ਪ੍ਰੈਕਟੀਕਲੀ ਕੰਮ ਹੌਲੀ ਹੌਲੀ ਜਿਹੜਾ ਹੈ ਨਾ ਉਹ ਘਟ ਗਿਆ ਹੈ। ਦੇਖੋ ਭਾਵੇਂ ਜਿਹੜਾ ਪ੍ਰਸ਼ਾਸਨ ਹੈ ਨਾ ਉਹਦੀ ਲੋਕਾਂ ਦੇ ਪ੍ਰਤੀ ਜਵਾਬਦੇਹੀ ਜਿਹੜੀ ਹੈ ਨਾ ਉਹ ਲਗਾਤਾਰ ਇਟਸ ਔਨ ਦੀ ਬੇਨ ਘਟਦੀ ਜਾ ਰਹੀ ਹੈ। ਕੋਈ ਜ਼ਮਾਨਾ ਸੀ ਜਦੋਂ ਅਸੀਂ ਨੌਕਰੀ ਸ਼ੁਰੂ ਕੀਤੀ ਹੈ ਵੀ ਰੈਗੂਲਰਲੀ DC ਆਫ ਦੀ ਡਿਸਟ੍ਰਿਕਟ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਨਹਿਰ ਮਹਿਕਮੇ ਦੇ ਡਰੇਨੇਜ ਦੇ ਐਕਸੀਐਨ, ਮੁੱਖ ਖੇਤੀਬਾੜੀ ਅਫਸਰ, ਬਾਕੀ ਹੋਰ ਨਾਲ 10-15 ਅਫਸਰ ਰੈਗੂਲਰਲੀ ਡਰੇਨਾਂ ਦੀ ਇੰਸਪੈਕਸ਼ਨ ਹੋਇਆ ਕਰਦੀ ਸੀ ਤੇ ਉਹਨੂੰ ਠੀਕ ਕਰਨ ਦਾ ਕੰਮ ਹੁੰਦਾ ਸੀ। ਫੰਡਸ ਸਮੇਂ ਸਿਰ ਰਿਲੀਜ਼ ਹੁੰਦੇ ਸੀ। ਹੁਣ ਤਾਂ ਐਕਚੁਅਲੀ ਇਹ ਹੈ ਵੀ ਇਹਦੇ 'ਚ ਜਿਹੜੀ ਸਭ ਤੋਂ ਵੱਡੀ ਤਰਾਸਦੀ ਹੈ ਉਹ ਇਹੀ ਹੈ ਵੀ ਮਾਰਚ 'ਚ ਬਜਟ ਪਾਸ ਹੁੰਦਾ ਹੈ ਜਾਂ ਫਰਵਰੀ 'ਚ ਮਾਰਚ ਹੀ ਪਾਸ ਹੁੰਦਾ ਹੈ, ਫਰਵਰੀ ਦਾ ਪੇਸ਼ ਹੀ ਹੁੰਦਾ ਹੈ ਵੀ 1 ਅਪ੍ਰੈਲ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ। ਉਹ ਬਜਟ ਕਨਵੇ ਹੁੰਦੇ 2 ਮਹੀਨੇ ਲੱਗ ਜਾਂਦੇ ਨੇ, ਮੁੜ ਕੇ LOC ਇਸ਼ੂ ਹੁੰਦੇ ਡਰੇਨੇਜ ਵਾਲਿਆਂ ਨੂੰ, ਉਹਦੇ ਟਾਈਮ ਲੱਗ ਜਾਂਦਾ ਵੀ ਸਮੇਂ ਸਿਰ ਇਹਨਾਂ ਨੂੰ ਪੈਸੇ ਮਿਲਦੇ ਹੀ ਨਹੀਂ ਹੈ, ਭਾਵੇਂ ਉਹ ਡਰੇਨਾਂ ਦੀ ਸਫਾਈ ਹੈ ਤੇ ਭਾਵੇਂ ਉਹ ਨਹਿਰਾਂ ਦੀ ਸਫਾਈ ਹੈ। ਕਿਉਂਕਿ ਮੇਰਾ ਇਹ ਪੂਰਾ ਤਜਰਬਾ ਵੀ ਅਸੀਂ ਜਦੋਂ ਨਹਿਰਾਂ ਦੀ ਸਫਾਈ ਕਰਨ ਵਾਸਤੇ ਅਸੀਂ ਕਹਿੰਦੇ ਸੀ ਵੀ ਕੋਟਰ ਵਗੈਰਾ ਨੂੰ ਤੁਸੀਂ ਸਮੇਂ ਸਿਰ ਪਾਣੀ ਦਿਓ, 26 ਅਪ੍ਰੈਲ ਤੋਂ ਪਾਣੀ ਆਪਾਂ ਰਿਲੀਜ਼ ਕਰੀਏ ਤਾਂ ਕਿ 1 ਮਈ ਨੂੰ ਉੱਥੇ ਪਹੁੰਚ ਜਾਏ ਮਾਨਸਾ ਤੱਕ ਜਾਂ ਟੇਲਾਂ ਤੇ, ਵੀ ਉਹਨੇ ਪੈਸੇ ਉਹਨਾਂ ਨੂੰ ਕਦੇ ਸਮੇਂ ਸਿਰ ਮਿਲੇ ਹੀ ਨਹੀਂ ਉਹਨਾਂ ਕੰਮਾਂ ਲਈ। ਇਹ ਜਿਵੇਂ ਡਰੇਨੇਜ ਲਈ ਹੈ, ਕਿਉਂਕਿ ਸਾਡੀਆਂ ਜਿਹੜੀਆਂ ਪ੍ਰਾਇਓਰਟੀਜ਼ ਨੇ ਐਕਚੁਅਲੀ ਸਰਕਾਰ ਦੀਆਂ ਉਹ ਥੋੜ੍ਹੀਆਂ ਡਿਫਰੈਂਟ ਹੋ ਗਈਆਂ ਨੇ। ਫੰਡਸ ਦੀ ਐਲੋਕੇਸ਼ਨ ਜਿਹੜੀ ਹੈ ਉਹ ਲੋਕਾਂ ਦਾ ਦੇਖ ਕੇ ਹਿਸਾਬ ਕਿਤਾਬ ਤੇ ਵੋਟਾਂ ਦਾ ਦੇਖ ਕੇ ਹਿਸਾਬ ਕਿਤਾਬ, ਉਹਦੇ ਹਿਸਾਬ ਨਾਲ ਫੰਡ ਦੀ ਐਲੋਕੇਸ਼ਨ ਹੁੰਦੀ ਹੈ। ਫੰਡ ਦੀ ਐਲੋਕੇਸ਼ਨ ਜਿਹੜੀ ਹੈ ਜ਼ਰੂਰਤਾਂ ਦੇ ਨੂੰ ਮੁੱਖ ਰੱਖ ਕੇ ਨਹੀਂ ਹੁੰਦੀ। ਹੁਣ ਜਿਵੇਂ ਭੋਗਲ ਸਾਹਿਬ ਨੇ ਕਿਹਾ ਸੀ ਵੀ ਗੱਲ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਤਿਆਰੀ ਪ੍ਰੋਪਰ ਕਰ ਲਈਏ ਤਾਂ 50% ਜਿਹੜਾ ਡੈਮੇਜ ਹੈ ਫਲੱਡ ਦੇ ਨਾਲ ਹੁੰਦਾ ਹੈ, ਜਿਹੜਾ ਕਿ ਮੋਸਟਲੀ ਅਲੋਂਗ ਦੀ ਰਿਵਰਸ ਹੁੰਦਾ ਹੈ ਜਾਂ ਮੋਸਟਲੀ ਅਲੋਂਗ ਉਹਨਾਂ ਚੋਜ਼ ਦੇ ਹੁੰਦਾ ਹੈ, ਜਾਂ ਜਿਵੇਂ ਸਾਡੇ ਉਜਲਾਲੀਆ ਨਾਲਾ ਹੈ, ਉਜ ਨਾਲਾ ਹੈ, ਉਹਨਾਂ ਦੇ ਨਾਲ ਹੁੰਦਾ ਜਿਨ੍ਹਾਂ ਦੇ ਉੱਤੇ ਡੈਮ ਨਹੀਂ ਹੈਗੇ। ਕਿਉਂਕਿ ਅਦਰਵਾਈਜ਼ ਸਾਡੀ ਖੁਸ਼ਕਿਸਮਤੀ ਹੈ ਵੀ ਸਾਡੇ ਤਿੰਨੇ ਦਰਿਆ ਡੈਮਡ ਨੇ, ਤੇ ਕਿਉਂਕਿ ਗਰਮੀਆਂ ਦੇ ਵਿੱਚ ਪਾਣੀ ਦੀ ਜਿਹੜੀ ਹੈ ਵਾਟਰ ਲੈਵਲ ਦੀ ਕਮੀ ਹੁੰਦੀ ਹੈ ਤੇ ਇਹ ਸਾਡਾ ਤਕਰੀਬਨ ਫਿਲਿੰਗ ਪੀਰੀਅਡ ਸ਼ੁਰੂ ਹੋ ਜਾਂਦਾ 20 ਸਤੰਬਰ ਤੱਕ ਚੱਲਦਾ ਤੇ ਅਸੀਂ ਤਾਂ ਦਰਿਆ ਹਾਲੇ ਤੱਕ ਡੈਮਾਂ ਨੂੰ ਭਰਨਾ ਹੀ ਹੁੰਦਾ। ਉੱਤੇ ਕੈਚਮੈਂਟ 'ਚੋਂ ਜਿੰਨਾ ਪਾਣੀ ਆਉਂਦਾ ਉਹ ਸਾਰਾ ਤਕਰੀਬਨ ਦਰਿਆ ਦੇ 'ਚ ਰੁਕ ਜਾਂਦਾ। ਪਰ ਸਾਡੇ ਹੁਣ ਪ੍ਰੋਬਲਮ ਕੀ ਹੈ ਕਿ ਪ੍ਰੋਬਲਮ ਸਵਾਂ ਨਦੀ ਦਾ ਪਾਣੀ ਜਿਹੜਾ ਆਉਂਦਾ ਹੈ, ਜਦੋਂ ਜਿਹੜਾ ਆ ਕੇ ਰੋਪੜ ਪੈਂਦਾ ਹੈ, ਜਦੋਂ ਰੋਪੜ ਤੋਂ ਅਸੀਂ 50,000 ਕਿਊਸਿਕ ਤੋਂ ਵੱਧ ਪਾਣੀ ਛੱਡਦੇ ਹਾਂ ਤਾਂ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜਿੱਦੇ ਅਸੀਂ ਲੱਖ ਕਿਊਸਿਕ ਛੱਡ ਦਿੰਦੇ ਹਾਂ ਉਹਦੇ ਕਿਤੇ ਨਾ ਕਿਤੇ ਬੰਨ ਟੁੱਟੀ ਜਾਂਦਾ, ਭਾਵੇਂ ਕਿਤੇ ਟੁੱਟੇ, ਕਿਉਂਕਿ ਬੰਨਾਂ ਦੀ ਉਨੀ ਪ੍ਰੋਪਰ ਮੇਨਟੇਨੈਂਸ ਨਹੀਂ ਹੁੰਦੀ। ਤੇ ਜਿੱਥੋਂ ਇੱਕ ਵਾਰੀ ਉਹ ਟੁੱਟ ਗਿਆ, ਜਿੰਨੇ ਚਿਰ 'ਚੋਂ ਉਹਨੂੰ ਪਲੱਗ ਕਰਦੇ ਨੇ, ਸਾਰਾ ਕੁਝ ਇੰਤਜ਼ਾਮ ਹੁੰਦਾ ਹੈ, ਉਹਨੇ ਚਿਰ 'ਚੋਂ ਘੱਟੋ ਘੱਟ 20 ਪਿੰਡਾਂ 'ਚ ਤਾਂ ਪਾਣੀ ਭਰੀ ਜਾਂਦਾ। ਤੋ ਇਸ ਕਰਕੇ ਫਲੱਡ ਮੈਨੇਜਮੈਂਟ ਯੈਸ ਇਹ ਕੀਤੀ ਜਾ ਸਕਦੀ ਹੈ, ਲੋਕਾਂ ਦਾ ਨੁਕਸਾਨ ਇਹਦੇ ਵਿੱਚ ਬਚਾਇਆ ਜਾ ਸਕਦਾ ਹੈ, ਪਰ ਇਹਦੇ ਲਈ ਅਧਿਕਾਰੀਆਂ ਨੂੰ ਤੇ ਜਿਹੜੇ ਸਾਡੇ ਰਾਜਨੇਤਾ ਨੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਯੂਨਿਟ ਵਜੋਂ ਕੰਮ ਕਰਨ ਦੀ ਲੋੜ ਹੈ। ਵੀ ਸਾਰਾ ਕੰਮ ਦੇਖ ਕੇ ਸਮੇਂ ਸਿਰ DCs ਨੂੰ ਕਹਿ ਕੇ ਜਿੱਦੇ ਹੁਣ ਐਕਚੁਅਲੀ ਕੀ ਹੈ ਕਿ ਪਹਿਲਾਂ ਤਾਂ DC ਬਿਜ਼ੀ ਰਹਿੰਦੇ ਨੇ ਪ੍ਰੋਕਿਉਰਮੈਂਟ ਦੇ ਵਿੱਚ, ਉਹ ਅਪ੍ਰੈਲ ਤੋਂ ਲੈ ਕੇ ਮਈ ਤੱਕ ਉਹ ਇਸੇ ਕੰਮ 'ਚ ਚਲੇ ਜਾਂਦੇ ਨੇ। ਮਈ ਤੋਂ ਬਾਅਦ ਤੁਸੀਂ ਡਰੇਨਾਂ ਦੀ ਇੰਸਪੈਕਸ਼ਨ ਹੁੰਦੀ ਹੈ, ਜੇ ਹੁੰਦੀ ਹੈ, ਜਾਂ 50% ਦੀ ਹੁੰਦੀ ਹੈ ਜਾਂ 25% ਦੀ ਹੁੰਦੀ ਹੈ, ਪਤਾ ਨਹੀਂ ਪੂਰੀ ਹੁੰਦੀ ਵੀ ਨਹੀਂ। ਤੇ ਉਸ ਤੋਂ ਬਾਅਦ ਫਿਰ ਉਹਦੇ ਲਈ ਤੁਸੀਂ ਐਸਟੀਮੇਟ ਬਣਾਓ, ਪੈਸੇ ਮੰਗੋ, ਇੰਨੇ ਚਿਰ ਨੂੰ ਮੀਂਹ ਪੈਣਾ ਸ਼ੁਰੂ ਹੋ ਜਾਂਦਾ। ਦੇਖੋ ਸਾਡੀ ਜਿਹੜੀ ਔਨਸੈਟ ਆਫ ਮੌਨਸੂਨ ਹੈ ਪੰਜਾਬ ਦੀ ਐਵਰੇਜ 28-29 ਜੂਨ ਹੈ, ਜਦੋਂ ਸਾਡਾ ਪਹਿਲਾ ਮੀਂਹ ਪੈਂਦਾ ਹੈ। ਤੇ ਕਈ ਵਾਰ ਤਾਂ ਸਾਡੇ ਜਿਹੜੇ ਪ੍ਰੀ ਮੌਨਸੂਨ ਸ਼ਾਵਰਸ ਨੇ ਉਹ ਵੀ ਇੰਨੇ ਜ਼ਿਆਦਾ ਅੱਛੇ ਪੈ ਜਾਂਦੇ ਨੇ ਜਿਵੇਂ ਇਸ ਸਾਲ ਪਏ ਨੇ, ਵੀ ਉਹਦੇ ਨਾਲ ਦਿੱਕਤ ਤਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਟਾਈਮ ਹੀ ਨਹੀਂ ਮਿਲਦਾ ਉਹਨਾਂ ਨੂੰ ਉਹ ਜਿਹੜੇ ਮੇਅਰਸ ਨੂੰ ਕਰਨ ਦਾ, ਤੇ ਉਹਦੇ ਨਾਲ ਜਿਹੜਾ ਨੁਕਸਾਨ ਹੈ ਉਹ ਡੈਫੀਨਿਟਲੀ ਹੁੰਦਾ ਹੈ। ਤੇ ਭਾਵੇਂ ਮੁੜ ਕੇ ਅਸੀਂ ਕਹਿੰਦੇ ਰਹਿੰਦੇ ਹਾਂ ਵੀ ਅਸੀਂ ਇਹਨੂੰ ਕੰਪਨਸੇਟ ਸਰਕਾਰ ਕਰੂਗੀ, ਪਰ ਜੇ ਕੰਪਨਸੇਸ਼ਨ ਕਦੇ ਵੀ ਉਨੀ ਦਿੱਤੀ ਨਹੀਂ ਜਾ ਸਕਦੀ ਜਿੰਨਾ ਨੁਕਸਾਨ ਹੋ ਜਾਂਦਾ। ਭੋਗਲ ਸਾਹਿਬ, ਜਿਹੜਾ ਇੱਕ ਓਵਰਆਲ ਸਾਡੇ ਡਿਵੈਲਪਮੈਂਟ ਦਾ ਜਿਵੇਂ ਮਾਡਲ ਅਰਬਨਾਈਜੇਸ਼ਨ ਹੋ ਰਹੀ ਹੈ ਲਗਾਤਾਰ, ਸ਼ਹਿਰ ਵੀ ਵਿਕਸਿਤ ਵੱਧ ਰਹੇ ਨੇ, ਕਲੋਨੀਆਂ ਵੀ ਜਿਹਨੂੰ ਲੋਕ ਇਲੀਗਲ ਕਹਿੰਦੇ ਨੇ, ਵੈਸੇ ਮੈਨੂੰ ਤਾਂ ਲੱਗਦਾ ਇਲੀਗਲ ਨਹੀਂ, ਉਹ ਲੀਗਲ ਹੀ ਹੋ ਜਾਂਦੇ ਨੇ 2-4 ਸਾਲ ਬਾਅਦ ਫਿਰ, ਕਿਉਂਕਿ ਲਾ ਪਾਸ ਹੋ ਜਾਂਦਾ ਥੋੜਾ ਬਹੁਤ ਲਾ ਕੇ, ਉਹ ਕਾਨੂੰਨ 'ਚ ਹੀ ਆ ਜਾਂਦੀਆਂ ਨੇ ਜਿਹੜੀਆਂ ਉਹਦੇ ਵਿੱਚ ਉਹਨੂੰ ਲੀਗਲ ਬਣਾਉਣ ਦੇ ਸਮੇਂ
ਰੈਵਨਿਊ ਡਿਪਾਰਟਮੈਂਟ, ਡਰੇਨੇਜ ਡਿਪਾਰਟਮੈਂਟ ਜਾਂ ਬਾਕੀ ਦਾ ਕੋਈ ਰੋਲ ਹੁੰਦਾ ਹੈ, ਉਹਦੇ ਤੋਂ ਪੁੱਛਿਆ ਜਾਂਦਾ ਹੈ ਕਿ ਇਹਦਾ ਇੱਥੇ ਕੀ ਹੋਏਗਾ, ਜਾਂ ਉਹਦਾ ਸੱਦ ਪੁੱਛੇ ਕੋਈ ਨਹੀਂ, ਜਿਵੇਂ ਵੀ ਮਰਜ਼ੀ ਪਲਾਨਿੰਗ ਕਰ ਸਕਦੇ ਹੋ ਤੁਸੀਂ। ਆਫਟਰ ਆਲ ਕੋਈ ਡਿਸਟ੍ਰਿਕਟ ਲੈਵਲ ਦੀ ਐਨਜੀ ਬਾਡੀ ਹੋਣੀ ਹੋਏ, ਜਾਂ ਆਲੇ ਦੁਆਲੇ ਬਾਡੀ 'ਚ ਹੋਣਗੀਆਂ ਕਿ ਭਾਈ ਆਹ ਸਾਰਾ ਜਿਹੜਾ ਇੱਥੋਂ ਦੀ ਕਿੱਥੇ ਦੀ ਲੱਗਦਾ, ਨਵਾਂ ਚੰਡੀਗੜ੍ਹ ਵੀ ਜਿਵੇਂ ਲੱਗਦਾ ਕਹਿੰਦੇ ਨੇ ਸਾਰਾ ਬਣਿਆ ਹੋਇਆ ਹੈ ਚੋਆਂ ਦੇ ਉੱਤੇ ਜਿਵੇਂ ਬਣ ਜਾਂਦਾ ਹੈ, ਜਾਂ ਵੱਖ ਗੁਲਮੋਹਰ ਕਲੋਨੀਆਂ 2 ਡੁੱਬੀਆਂ ਪਈਆਂ ਨੇ ਜਿਹੜੀਆਂ ਜੀਰਕਪੁਰ ਦੀਆਂ, ਫਿਰ ਇੰਨਾ ਤਾਂ ਨਹੀਂ ਡੁੱਬ ਸਕਦੀਆਂ ਜੇਕਰ ਠੀਕ ਆ ਤੁਹਾਡੀ ਕੋਈ ਇਹੋ ਜਿਹੀ ਪਲਾਨਿੰਗ ਜਾਂ ਡਿਪਾਰਟਮੈਂਟ ਹੀ ਢੁੱਚਰਾ ਡਾਵੇ ਘੱਟੋ ਘੱਟ ਵੀ, ਇਹ ਤਾਂ ਜਮੇ ਹੀ ਆਪਾਂ ਮਾਰ ਲਾਂਗੇ, ਡੁੱਬ ਜਾਾਂਗੇ ਸਾਰੇ ਕਾਸੇ। ਦੇਖੋ ਜਿਹੜੀ ਪਲਾਨ ਡਿਵੈਲਪਮੈਂਟ ਆ ਉਹਦੇ 'ਚ ਹੁੰਦਾ ਵੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ, ਜਿਸ ਤਰ੍ਹਾਂ ਸਟੋਰਮ ਸੀਵਰ ਆ, ਖਾਸ ਕਰਕੇ ਸਰਫੇਸ ਵਾਟਰ ਨੂੰ ਡਰੇਨ ਆਫ ਕਰਨ ਲਈ ਜੇ ਸਟੋਰਮ ਸੀਵਰ ਕਿਤੇ ਪ੍ਰੋਪਰ ਪਿਆ ਆ, ਉਹਦਾ ਅੱਛਾ ਫਲੋ ਹੈਗਾ, ਜਿੱਦਾਂ ਚੰਡੀਗੜ੍ਹ 'ਚ ਕਾਫੀ ਇਫੈਕਟਿਵ ਸਟੋਰਮ ਸੀਵਰ ਹੈਗਾ। ਇਸ ਤਰ੍ਹਾਂ ਜਿਹੜੀਆਂ ਪੰਜਾਬ ਵਿੱਚ ਵੀ ਜਿੰਨੇ ਸ਼ਹਿਰਾਂ 'ਚ ਪਾਪੂਲੇਸ਼ਨ ਵਧੀਆਂ, ਨਵੀਆਂ ਕਲੋਨੀਆਂ ਡਿਵੈਲਪ ਹੋਈਆਂ, ਕੋਲੋਨਾਈਜ਼ਰਾਂ ਨੇ ਕੀਤੀਆਂ, ਬਹੁਤਿਆਂ ਨੇ ਸਟੋਰਮ ਸੀਵਰ ਦੀ ਪ੍ਰੋਪਰ ਪ੍ਰੋਵੀਜ਼ਨ ਨਹੀਂ ਕੀਤੀ, ਕਈਆਂ ਨੇ ਤਾਂ ਬਿਲਕੁਲ ਨਹੀਂ ਕੀਤੀ, ਜਿੱਦਾਂ ਤੁਸੀਂ ਗੁਲਮੋਹਰ ਦੀ ਸੁਸਾਇਟੀ ਦੀ ਕੀਤੀ ਆ। ਜੇ ਸਟੋਰਮ ਸੀਵਰ ਹੋਵੇ ਤਾਂ ਪਾਣੀ ਡਰੇਨ ਆਊਟ ਹੋਣਾ ਚਾਹੀਦਾ। ਜਿੱਥੇ ਕਿਤੇ ਹੁਣ ਪ੍ਰੋਪਰ ਡਰੇਨੇਜ ਸਿਸਟਮ ਇੰਸਟਾਲ ਹੀ ਨਹੀਂ ਹੋਇਆ, ਉੱਥੇ ਤਾਂ ਨੈਚੁਰਲੀ ਕੰਜੈਸ਼ਨ ਹੋਣੀਆਂ, ਲੋਕਾਂ ਨੇ ਡੁੱਬਣਾ ਕਲੋਨੀਆਂ ਦੇ ਪਾਣੀ। ਜਿਹੜੇ ਬਹੁਤੀਆਂ ਕਲੋਨੀਆਂ ਜਿਹੜੀਆਂ ਸ਼ਹਿਰਾਂ ਦੇ ਸਰਾਊਂਡਿੰਗ 'ਚ ਹੈਗੀਆਂ, ਜਿਹੜੀਆਂ ਕਹਿ ਲਓ ਅਨਪਲਾਨਡ ਸੀਗੀਆਂ ਜਾਂ ਇਲੀਗਲ ਸੀਗੀਆਂ, ਬਾਅਦ ਵਿੱਚ ਇਲੈਕਸ਼ਨ ਕੋਲ ਆ ਕੇ ਉਹਨੂੰ ਲੀਗਲ ਕਰ ਦਿੰਦੇ ਆ ਫਾਰ ਵੋਟ ਬੈਂਕ। ਉੱਥੇ ਕੋਈ ਸੀਵਰ ਨਹੀਂ ਆ, ਨਾ ਸਟੋਰਮ ਸੀਵਰ ਆ, ਨਾ ਡਰੇਨੇਜ ਸੀਵੇਜ ਸੀਵਰ ਆ। ਲੋਕਾਂ ਲਈ ਹੈਵਕ ਹੀ ਆ ਡਿਊਰਿੰਗ ਦਾ ਮੌਨਸੂਨ ਹੋਣਾ, ਕਿਉਂਕਿ ਜਿੰਨਾ ਚਿਰ ਪਾਣੀ ਨੂੰ ਇੱਕ ਪ੍ਰੋਪਰ ਨਿਕਾਸੀ ਨਹੀਂ ਹੈ, ਉਹਨਾਂ ਚਿਰ ਤਾਂ ਕੋਈ ਕਲੋਨੀ ਡਿਵੈਲਪ ਨਹੀਂ ਹੋਣੀ ਚਾਹੀਦੀ, ਨਾ ਉਹਦੀ ਕੋਈ ਕਲੀਅਰੈਂਸ ਮਿਲਣੀ ਚਾਹੀਦੀ ਆ। ਜਿਹੜਾ ਸਾਡਾ ਗਮਾਡਾ ਹੈ, ਅਰਬਨ ਡਿਵੈਲਪਮੈਂਟ ਅਥਾਰਟੀ ਆ, ਜਾਂ ਹੋਰ ਹੈਗੀਆਂ ਇਹ ਮਿਊਨਿਸਪਲ ਕਾਰਪੋਰੇਸ਼ਨ ਹੈਗੀਆਂ, ਇਹਨਾਂ ਨੂੰ ਦੇਖਣਾ ਚਾਹੀਦਾ ਵੀ ਜਿੱਥੇ ਵੀ ਕੋਈ ਹਾਊਸਿੰਗ ਪ੍ਰੋਜੈਕਟ ਆਇਆ, ਜਿੱਥੇ ਲੋਕਾਂ ਨੇ ਰਹਿਣਾ, ਉੱਥੇ ਘੱਟ ਤੋਂ ਘੱਟ ਪ੍ਰੋਪਰ ਡਰੇਨੇਜ ਸਿਸਟਮ ਹੋਵੇ, ਪ੍ਰੋਪਰ ਉਹਦਾ ਸਟੋਰਮ ਸੀਵਰ ਹੋਵੇ, ਪ੍ਰੋਪਰ ਸੀਵੇਜ ਹੋਵੇ, ਅਤੇ ਅਦਰ ਇਨਵਾਇਰਮੈਂਟ ਕੋਈ ਗਾਰਬੇਜ ਡੰਪਿੰਗ ਆ, ਗਾਰਬੇਜ ਦਾ ਟ੍ਰੀਟਮੈਂਟ, ਸਭ ਕੁਝ ਇਨ ਪਲਾਨ ਪ੍ਰੋਪਰ ਹੋਣਾ ਚਾਹੀਦਾ, ਤਾਂ ਹੀ ਇਹ ਗੱਲਾਂ ਤੋਂ ਛੁਟਕਾਰਾ ਹੋ ਸਕਦਾ। ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਜਿਹੜੇ ਹਾਊਸਿੰਗ ਡਿਵੈਲਪਮੈਂਟ ਆ, ਉਹਨਾਂ ਦੀ ਨਲਾਇਕੀ ਕਹਿ ਲਓ ਜਾਂ ਉਹਨਾਂ ਵੱਲੋਂ ਕਮਜ਼ੋਰੀ ਕਹਿ ਲਓ, ਕਿਸੇ ਕਾਰਨ ਕਰਕੇ ਪੋਲੀਟੀਕਲ ਔਰ ਅਦਰਵਾਈਜ਼, ਕਿ ਉਹ ਇਹਨਾਂ ਕਲੋਨੀਆਂ ਨੂੰ ਅਤੇ ਲੋਕਾਂ ਨੂੰ ਪੋਜੈਸ਼ਨ ਨਹੀਂ ਦੇਣਾ ਚਾਹੀਦਾ ਜਿੰਨਾ ਚਿਰ ਸਟੋਰਮ ਸੀਵਰ ਜਾਂ ਸੀਵੇਜ ਸਿਸਟਮ ਡਿਵੈਲਪ ਉੱਥੇ ਨਹੀਂ ਹੈਗਾ। ਐਕਚੁਅਲੀ ਤਾਂ ਸਾਡੇ ਕਿਸੇ ਲਾ ਦੀ ਵੀ ਤੁਹਾਨੂੰ ਕਮੀ ਨਜ਼ਰ ਆਉਂਦੀ ਹੈ, ਜਵਾਬਦੇਹੀ ਕਿਸੇ ਦੀ ਨਾ। ਮੰਨ ਲਓ ਹੋ ਗਿਆ ਐਡਾ ਵੱਡਾ ਗੱਲ ਹੋ ਗਈ, ਘੱਟੋ ਘੱਟ ਕੱਲ੍ਹ ਨੂੰ ਜਿਵੇਂ ਫੋਰਨ ਕੰਟਰੀ 'ਚ ਕਿੰਨੇ ਨੇ ਕੰਪਨਸੇਸ਼ਨ ਪੈ ਜਾਂਦਾ ਵੀ ਸਰਕਾਰ ਕਿਉਂ ਦੇਗੀ, ਤੁਸੀਂ ਦਿਓਗੇ, ਜਾਂ ਜਿਹੜੇ ਨੇ ਉੱਥੇ ਜ਼ਿੰਮੇਵਾਰੀ ਦਸਤਖਤ ਕਰਕੇ ਅਪਰੂਵਲਾਂ ਦਿੱਤੀਆਂ ਜਾਂ ਬਾਕੀ ਚੀਜ਼ਾਂ ਕੀਤੀਆਂ, ਤੇ ਉਹ ਕਿਵੇਂ ਜਵਾਬ ਦੇਈ? ਆਫਟਰ ਆਲ ਡੈਮੇਜ ਹੈ ਇੱਕ ਐਡਾ ਵੱਡਾ, ਜਿੱਥੇ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਹੁੰਦਾ, ਇਹਦੇ 'ਚ ਤੇ ਉਹਦੀ ਭਰਪਾਈ ਕਿਹਦੇ ਤੋਂ ਹੋਵੇ? ਭਰਪਾਈ ਦੀ ਜੇ ਜ਼ਿੰਮੇਵਾਰੀ ਹੋਵੇ, ਚਾਹੇ ਉਹ ਕਲੋਨਾਈਜ਼ਰ ਹੋਵੇ, ਉਹ ਜਿੰਨਾ ਜ਼ਿੰਮੇਵਾਰ ਹੈ, ਤੇ ਉਹਦੇ ਨਾਲ ਜੁੜੇ ਹੋਏ ਜਿਹੜੇ ਬਾਕੀ ਦੇ ਅਫੀਸਰ ਜਾਂ ਜਿਹੜੇ ਵੀ ਲੋਕ ਦਿੰਦੇ ਨੇ ਉਹ ਮਨਜ਼ੂਰੀ। ਜਦੋਂ ਲੋਕੀ ਦਾ ਜਿਹੜੀ ਹੁਣ ਸਫਰਿੰਗ ਆ, ਜਿੱਦਾਂ ਤੁਸੀਂ ਗੁਲਮੋਹਰ ਸੁਸਾਇਟੀ ਦੀ ਗੱਲ ਕੀਤੀ, ਹੋਰ ਵੀ ਪੰਜਾਬ 'ਚ ਕਈ ਲੋ ਲਾਈਂਗ ਏਰੀਆ ਜਿੱਥੇ ਲੋਕੀ ਪਾਣੀ 'ਚ 4-4 5-5 ਫੁੱਟ ਡੁੱਬੇ ਪਏ, ਲੋਕਾਂ ਦੇ ਘਰਾਂ 'ਚ ਵੜ ਗਿਆ, ਦੁਕਾਨਾਂ 'ਚ ਵੜ ਗਿਆ, ਉੱਥੇ ਜਵਾਬਦੇਹੀ ਦੋਨੋਂ ਪਾਸੇ ਆ। ਇੱਕ ਤਾਂ ਜਿਹੜਿਆਂ ਨੇ ਕਲੋਨੀ ਡਿਵੈਲਪ ਕੀਤੀ ਆ, ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਆ, ਜਿਨ੍ਹਾਂ ਨੇ ਅੱਗੇ ਉਹਨੂੰ ਅਪਰੂਵਲ ਨਕਸ਼ੇ ਪਾਸ ਕੀਤੇ ਆ, ਉਹ ਸਾਰਾ ਦੇ ਆਰ ਰਿਸਪੋਂਸੀਬਲ। ਕੋਈ ਪੋਜੈਸ਼ਨ ਉਹਨਾਂ ਚਿਰ ਨਹੀਂ ਮਿਲਣਾ ਚਾਹੀਦਾ ਜਿੰਨਾ ਚਿਰ ਸਾਰਾ ਬੇਸਿਕ ਇਨਫਰਾਸਟ੍ਰਕਚਰ, ਵਾਟਰ ਸਪਲਾਈ, ਸੀਵੇਜ, ਡਰੇਨੇਜ, ਇਹ ਸਾਰਾ ਪ੍ਰੋਪਰ ਇੰਸਟਾਲ ਨਹੀਂ ਹੁੰਦਾ। ਜਿੱਥੇ ਕਿਤੇ ਕੋਈ ਕੋਲੋਨਾਈਜ਼ਰ ਨਹੀਂ ਕਰਦਾ, ਹੀ ਸ਼ੁੱਡ ਬੀ ਪੈਨਲਾਈਜ਼ਡ ਐਂਡ ਹੀ ਸ਼ੁੱਡ ਨਾਟ ਬੀ ਅਲਾਊਡ ਟੂ ਗਿਵ ਐਨੀ ਪੋਜੈਸ਼ਨ ਸਰਟੀਫਿਕੇਟ। ਸੋ ਇਹਦੇ 'ਚ ਐਡਮਿਨਿਸਟ੍ਰੇਸ਼ਨ ਵੀ ਰਿਸਪੋਂਸੀਬਲ ਆ, ਕੋਲੋਨਾਈਜ਼ਰ ਆਪਣੇ ਪੈਸੇ ਦੇ ਲਾਲਚ ਨੂੰ ਹੈ ਉਹ ਵੀ ਇਕੁਅਲੀ ਰਿਸਪੋਂਸੀਬਲ ਆ, ਔਰ ਕੰਪਨਸੇਸ਼ਨ ਹਰ ਕਲੋਨਾਈਜ਼ਰ 'ਚ ਹਰ ਪਾਰਟੀ ਦੇ ਵੱਡੇ ਵੱਡੇ ਸਿਆਸਤਦਾਨ ਦਾ ਸ਼ੇਅਰ ਹੈ। ਐਗਜ਼ੈਕਟਲੀ ਰਾਈਟ। ਸੋ ਦੇ ਸ਼ੁੱਡ, ਜਿਹੜਾ ਲੋਕਾਂ ਦਾ ਨੁਕਸਾਨ ਹੋਇਆ, ਦੇ ਆਰ ਰਿਸਪੋਂਸੀਬਲ ਫਾਰ ਇਟ। ਬੇਸਿਕਲੀ ਕੀ ਹੈ ਹਮੀਰ ਸਿੰਘ ਵੀ ਉਹਦੇ 'ਚ ਨਾ ਜਿਹੜੀ ਇਹ ਜਿਹੜੀਆਂ ਕਲੋਨੀਆਂ ਜਦੋਂ ਕੱਟੀਆਂ ਜਾਂਦੀਆਂ ਨੇ, ਦੇਖੋ ਨੈਚੁਰਲ ਅੱਗੇ ਕੀ ਸੀ, ਅੱਗੇ ਸਾਰੇ ਸਾਡੇ ਮਤਲਬ ਆਲਮੋਸਟ ਲੈਂਡ ਜਿਹੜੀ ਹੈ ਉਹ ਐਗਰੀਕਲਚਰ ਪਰਪਸ ਲਈ ਇਸਤੇਮਾਲ ਹੁੰਦੀ ਸੀ। ਜਦੋਂ ਅਸੀਂ ਲੈਂਡ ਯੂਜ਼ ਚੇਂਜ ਕਰਦੇ ਹਾਂ ਤਾਂ ਫਿਰ ਉਦੋਂ ਅਸੀਂ ਇਹ ਨਹੀਂ ਦੇਖਦੇ ਵੀ ਇਹ ਲੋ ਲਾਈਂਗ ਏਰੀਆ ਹੈ ਜਾਂ ਇਹਦੇ ਵਿੱਚ ਦੀ ਕੋਈ ਡਰੇਨੇਜ ਸਟਰਕਚਰ ਜਾਂਦੀ ਹੈ, ਉਹ ਚੁੱਪ ਕਰਕੇ ਅਸੀਂ ਉੱਥੇ ਕਲੋਨੀ ਬਣਾ ਦਿੰਦੇ ਹਾਂ, ਤੇ ਉਹਦੇ ਵਿੱਚ ਦੀ ਉਹਦੇ ਨਾਲ ਕੀ ਹੈ ਕਿ ਜਿਹੜੀ ਤੁਹਾਡੀ ਕੁਦਰਤੀ ਡਰੇਨੇਜ ਹੈ ਉਹ ਉੱਥੇ ਬੰਦ ਹੋ ਜਾਂਦੀ ਹੈ। ਜਿਹੜਾ ਲੈਂਡ ਯੂਜ਼ ਦਾ ਇੱਕ ਕੁਐਸਚਨ ਹੈ, ਇੱਕ ਜ਼ਮਾਨੇ ਤੱਕ ਮੈਨੂੰ ਇਹ ਸੀਗਾ ਕਿ ਚੀਫ ਐਗਰੀਕਲਚਰ ਅਫਸਰ ਦੀ ਸਹਿਮਤੀ ਜ਼ਰੂਰੀ ਸੀ ਕਿਸੇ ਡਿਸਟ੍ਰਿਕਟ 'ਚ ਜੇਕਰ ਲੈਂਡ ਯੂਜ਼ ਕੇ ਕਰਨਾ ਐਗਰੀਕਲਚਰ ਦੀ, ਤੇ ਇਹ ਹੁਣ ਵੀ ਹੈਗੀ ਹੈ ਕਿ ਉਹ ਕਿਸੇ ਅਸੂਲੀ ਵੀ ਚੱਕਤੀ ਹੈ ਜਾਂ ਪ੍ਰੈਕਟੀਕਲੀ ਇਹਨੂੰ ਬਾਈਪਾਸ ਕੀਤਾ ਜਾਂਦਾ? ਮੇਰੇ ਖਿਆਲ ਮੈਨੂੰ ਹਾਲੇ ਦੇਖੋ ਹੁਣ ਪਤਾ ਨਹੀਂ ਹੈ ਪਿਛਲੇ 5 ਸਾਲਾਂ 'ਚ ਕੀ ਹੋਇਆ, ਪਰ ਉਹਨੂੰ ਚੱਕਦਾ ਕਿ ਨਹੀਂ, ਪਰ ਇਹ ਅਸੂਲਨ ਤੌਰ ਤੇ ਪੁੱਛਗਿੱਛ ਜਿਹੜੀ ਹੈ ਜ਼ਰੂਰ ਘਟ ਗਈ ਹੈ, ਕਿਉਂਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ ਨਾ, ਉੱਥੇ ਉਹਨਾਂ ਦਾ
ਅਮੀਰ ਲੋਕਾਂ ਨਾਲ ਵਾਹ ਪੈਂਦਾ। ਜਿਹੜਾ ਕਲੋਨਾਈਜ਼ਰ ਹੈ ਬੇਸਿਕਲੀ ਉਹ ਤਾਂ ਵੱਡਾ ਆਦਮੀ ਹੈ, ਤਾਂ ਉਹਦੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਮੈਂ ਸਿੰਗਲ ਵਿੰਡੋ ਦੇ ਉੱਤੇ ਮੈਨੂੰ ਕਲੀਅਰੈਂਸ ਮਿਲ ਜੇ, ਸਭ ਕੁਝ ਹੋ ਜੇ, ਮੈਂ ਆਪਣੀ ਕੰਸਟਰਕਸ਼ਨ ਕਰ ਲਾਂ, ਮੈਂ ਇੱਥੋਂ ਆਪਦੇ ਪੈਸੇ ਬਣਾਵਾਂ। ਜਦ ਕਿ ਹੋਣਾ ਇਹ ਚਾਹੀਦਾ ਵੀ ਉੱਥੇ ਤੁਹਾਨੂੰ ਘੱਟੋ ਘੱਟ ਸਾਰੀਆਂ ਬੇਸਿਕ ਕਮਿਊਨਿਟੀਜ਼, ਜਿਵੇਂ ਭੋਲ ਸਾਹਿਬ ਨੇ ਕਿਹਾ ਵੀ ਐਟਲੀਸਟ ਸਟਾਰਮ ਸੀਵਰਸ ਤੇ ਦੂਸਰੇ ਉਹ ਤਾਂ ਉੱਥੇ ਪੈਣੇ ਚਾਹੀਦੇ ਨੇ, ਤਾਂ ਕਿ ਉਹਨਾਂ ਕਲੋਨੀਆਂ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਉਹ ਉਹਦੇ ਜਾਨ ਮਾਲ ਦੇ ਰਿਸਕ ਨਾ ਹੋਵੇ। ਪਰ ਉਹ ਰਿਸਕ ਦਾ ਉਹ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ। ਹੁਣ ਤੁਸੀਂ ਲੁਧਿਆਣੇ 'ਚ ਦੇਖ ਲਓ ਵੀ ਸਾਰਾ ਲੁਧਿਆਣੇ 'ਚ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਅਸੀਂ ਕਲੋਨੀ ਬਣਾ ਲੈਂਦੇ ਹਾਂ ਵੀ ਸਾਰੀ ਲੈਂਡ ਜਿਹੜੀ ਹੈ ਉਹ ਕੰਕਰੀਟ ਵਾਲੀ ਹੋ ਜਾਂਦੀ ਹੈ। ਜੇ 100 ਏਕੜ ਦੀ ਕਲੋਨੀ ਵੀ ਹੈ ਤੇ ਜਿਵੇਂ ਕੱਲ 302 ਮਿਲੀਮੀਟਰ ਪਾਣੀ ਪੈ ਗਿਆ ਤਾਂ 100 ਕਿਊਬਿਕ ਫੁੱਟ 100 ਏਕੜ ਫੁੱਟ ਪਾਣੀ ਬਣ ਗਿਆ। ਉਹ ਤੇ 100 ਏਕੜ ਫੁੱਟ ਪਾਣੀ ਜਦੋਂ ਵਹਿੰਦਾ ਹੈ ਉਹਨੇ ਜਾਂਦੇ ਹੋਏ ਮਾਰ ਕਰਨੀ ਹੈ। ਮਤਲਬ ਉਹਦੇ 'ਚ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਕਿਉਂਕਿ ਉਹਦੇ 'ਚ ਕੱਚੀ ਥਾਂ ਤਾਂ ਹੈ ਹੀ ਨਹੀਂ। ਸੜਕਾਂ ਦੇ ਨਾਲ ਦੋਨੇ ਪਾਸੇ ਪੇਵਮੈਂਟਸ ਨੇ ਤੇ ਪੇਵਮੈਂਟ ਤੇ ਲੋਕਾਂ ਦੀਆਂ ਗੱਡੀਆਂ ਖੜੀਆਂ, ਜੇ ਨਹੀਂ ਵੀ ਹੈ ਤਾਂ ਲੋਕ ਪੱਕਾ ਕਰ ਲੈਂਦੇ ਨੇ ਉਹਨੂੰ, ਤੇ ਅੰਦਰ ਗੱਡੀ ਖੜੀ ਕਰਨ ਨੂੰ ਥਾਂ ਨਹੀਂ ਹੈ ਤੇ ਉਹ ਸਾਰੀ ਪੱਕੀ ਹੋਣ ਕਰਕੇ ਜਿਹੜਾ ਟੋਟਲ ਜਿਹੜਾ ਰੇਨਫਾਲ ਹੈ ਉਹ ਸਾਰੀ ਜਿਹੜੀ ਹੈ ਉਹ ਰਨ ਆਫ ਬਣ ਜਾਂਦੀ ਹੈ। ਜੇ ਉਹਦੇ 'ਚ ਤੁਹਾਡੀ ਕੋਈ ਧਰਤੀ ਦੇ ਵਿੱਚ ਜਾਣਾ ਹੀ ਨਹੀਂ ਹੈ ਤੇ ਰਨ ਆਫ ਬਣਨਾ ਹੈ, ਉਹਨੇ ਪ੍ਰੋਬਲਮ ਹੀ ਕ੍ਰੀਏਟ ਕਰਨੀ ਹੈ। ਜਿੰਨਾ ਵੱਡਾ ਏਰੀਆ ਕੈਚਮੈਂਟ ਦਾ ਉਨੀ ਵੱਡੀ ਫਲੋ ਤੇ ਉਨਾ ਹੀ ਉਹਦੀ ਪ੍ਰੋਬਲਮ। ਜਿਹੜਾ ਅਸੀਂ ਨਾਰਮਲੀ ਇੱਕ ਗੱਲ ਇਹ ਵੀ ਲੌਜਿਕ ਦਿੱਤਾ ਜਾਂਦਾ ਅਰਬਨ ਲੋਕਾਂ ਨੂੰ ਤਾਂ ਖਾਸ ਤੌਰ ਤੇ ਦਿੱਤਾ ਜਾਂਦਾ, ਔਰ ਗੱਲ ਵੀ ਹੈ ਕਿ ਜਿਹੜੀ ਝੋਨਾ ਹੈ ਜਦੋਂ ਅਸੀਂ ਪਲਾਸਟਰ ਕਰਦੇ ਆ ਇੱਕ ਟਾਈਪ ਦਾ ਗਾਰਡ ਕਰਕੇ ਨਾ ਵੀ ਪਲਾਸਟਰ ਹੋ ਗਿਆ, ਉਹ ਜਿਹੜਾ ਥੋੜਾ ਬਹੁਤ ਜੱਜ ਬੋਲਦਾ ਸੀ ਉਹ ਵੀ ਮਾਤਰਾ ਵਧਾ ਦਿੰਦਾ ਪਾਣੀ ਦੀ ਕਿ ਕੋਈ ਫਲੋ ਹੋਣਾ ਜਾਂ ਉਸ ਲੈਵਲ ਤੇ ਜਾਣਾ, ਉਹਦੇ ਚ ਰੋਲ ਬਿਲਕੁਲ ਠੀਕ ਹੈ। ਤੁਸੀਂ ਦੇਖੋ ਵੀ ਅਸੀਂ ਤਾਂ ਹੁਣ ਤਕਰੀਬਨ ਪੰਜਾਬ ਦੇ ਵਿੱਚ 26 ਲੱਖ ਹੈਕਟੇਅਰ ਮਤਲਬ 85 ਲੱਖ ਏਕੜ 100 ਲੱਖ ਏਕੜ ਜੋ 85% ਏਰੀਆ ਦੇ ਵਿੱਚ ਤਾਂ ਅਸੀਂ ਪੂਰਾ ਥੱਲੇ ਐ ਬਣਾ ਰੱਖਿਆ, ਥੱਲੇ ਪਲਸਤਰ ਲਾ ਰੱਖਿਆ, ਲੈਂਟਰ ਲਾ ਰੱਖਿਆ ਤੁਸੀਂ ਕਹ ਲਓ। ਤੇ ਜਦੋਂ ਲੈਂਟਰ ਲਾ ਰੱਖਿਆ ਦੂਜਾ ਉਹਦੇ ਵਿੱਚ ਆਲਰੇਡੀ 9 ਇੰਚ ਪਾਣੀ ਦੀ ਇੱਕ ਮਿਨੀ ਲੇਕ ਤਾਂ ਬਣੀ ਪਈ ਹੈ। ਪਾਣੀ ਦਾ ਜਿਹੜਾ ਭੋਰਾ ਕ ਪਾਣੀ ਵੀ ਪੈਣਾ ਹੈ ਉਹਨੇ ਤੁਰੀ ਪੈਣਾ ਹੈ। ਮਤਲਬ ਬੇਸਿਕਲੀ ਤਾਂ ਐਕਚੁਅਲੀ ਕੀ ਹੈ ਕਿ ਜਿਹੜਾ ਸਾਡਾ ਇੱਕ ਫਸਲੀ ਚੱਕਰ ਹੈ ਇਹ ਵੀ ਕੰਟਰੀਬਿਊਟ ਕਰਦਾ ਹੈ ਕਿਉਂਕਿ ਪਾਣੀ ਦੇ ਕੰਟੀਨਿਊਸ ਫਲੋ ਨੂੰ। ਹਰ ਵਾਰੀ ਜਿਹੜਾ ਹੈ ਤੁਸੀਂ ਦੇਖੋ ਵੀ ਹੁਣ ਘੱਗਰ ਹੈ, ਘੱਗਰ ਦੇ ਵਿੱਚ ਕਿੰਨਾ ਕੁ ਪਾਣੀ ਆਉਂਦਾ ਹੈ। ਸਾਡੇ ਪਿੰਡਾਂ ਕੋਲੇ ਜਾ ਕੇ ਇਹਨੂੰ ਬਠਿੰਡੇ 'ਚ ਨਾਲੀ ਕਿਹਾ ਜਾਂਦਾ ਸੀ, ਔਰ ਉਹ ਬੇਸਿਕਲੀ ਉਹ ਨਾਲੀ ਹੋਈ ਸੀ ਉਹ, ਪਰ ਜਦੋਂ ਨਾਲੀ ਭਰਦੀ ਹੈ ਤੇ ਫਿਰ ਕਿਉਂਕਿ ਉਹਦਾ ਕ੍ਰੋਸ ਸੈਕਸ਼ਨ ਥੋੜਾ ਹੈ ਤੇ ਕ੍ਰੋਸ ਸੈਕਸ਼ਨ ਤੇ ਕਿਸੇ ਨੇ ਅਜੇ ਤੱਕ ਕੰਮ ਨਹੀਂ ਕੀਤਾ ਤੇ ਉਹ ਓਵਰਫਲੋ ਕਰਦੀ ਹੈ ਫਿਰ ਉਹ ਸਾਰੇ ਆਲੇ ਦੁਆਲੇ ਏਰੀਆ 'ਚ ਫੈਲ ਜਾਂਦੀ ਹੈ ਤੇ ਉਹ ਸਾਰਾ ਲੋਕਾਂ ਦਾ ਨੁਕਸਾਨ ਕਰਦੀ ਹੈ। ਫਿਰ ਜਿੰਨੀਆਂ ਸਰਕਾਰੀ ਥਾਵਾਂ ਨੇ, ਹੁਣ ਤੁਸੀਂ ਬਠਿੰਡੇ 'ਚ ਮੈਨੂੰ ਯਾਦ ਹੈਗਾ ਬਠਿੰਡੇ ਤੋਂ ਵੀ ਸਾਡੇ ਜਿਹੜਾ ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਬਣਿਆ ਹੋਇਆ ਹੈ ਉਹ ਸਭ ਤੋਂ ਬਠਿੰਡੇ ਦੀ ਸਭ ਤੋਂ ਨੀਵੀਂ ਥਾਂ ਸੀ। ਜਦੋਂ ਨਿਆਣੇ ਹੁੰਦੇ ਸੀ ਭੈਂਸਾਂ ਨਮਾਉਂਦੇ ਹੁੰਦੇ ਸੀ, ਟੋਭਾ ਹੁੰਦਾ ਸੀ ਤੇ ਉਹ ਹੁਣ ਉੱਥੇ ਡਿਸਟ੍ਰਿਕਟ ਕੰਪਲੈਕਸ ਬਣ ਗਿਆ। ਜਦੋਂ ਮਾੜਾ ਜਿਹਾ ਮੀਂਹ ਪੈਂਦਾ ਸਾਰਾ ਪਾਣੀ ਉੱਥੇ ਡੀਸੀ ਦੇ ਦਫ਼ਤਰ 'ਚ ਆ ਜਾਂਦਾ ਤੇ ਜੇ ਉਹਦੇ 'ਚ ਪ੍ਰੋਪਰ ਡਰੇਨੇਜ ਨਹੀਂ ਤੁਸੀਂ ਕਰੋਗੇ, ਪ੍ਰੋਵਾਈਡ ਨਹੀਂ ਕਰੋਗੇ ਤਾਂ ਉਹ ਦਿੱਕਤ ਹੈ। ਹੁਣ ਤੱਕ ਤਾਂ ਬਿਲਕੁਲ ਹੀ ਡੁੱਬ ਜਾਂਦਾ ਸੀ ਉਹ, ਹੁਣ ਸਟਾਰਮ ਸੀਵਰ ਪਾਏ ਨੇ, ਹੁਣ ਥੋੜੀ ਜਿਹੀ ਹਾਲਤ ਚੰਗੀ ਹੈ ਪਰ ਹਾਲੇ ਵੀ ਸੜਕਾਂ ਦੇ ਉੱਤੇ 3-3 ਫੁੱਟ ਪਾਣੀ ਖੜ ਜਾਂਦਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਦੇ ਬਾਹਰਲੇ ਪਾਸੇ। ਭੋਗਲ ਸਾਹਿਬ ਨਾਰਮਲੀ ਕਿਹਾ ਜਾਂਦਾ ਕਿ ਜਿਹੜਾ ਇਹੋ ਜਿਹਾ ਫਲੱਡ ਹੁੰਦਾ ਹੈ, ਡਿਜ਼ਾਸਟਰ ਕੋਈ ਵੀ ਹੁੰਦਾ ਨਾ, ਉਹ ਕਾਫੀ ਲੋਕਾਂ ਲਈ ਵਰਦਾਨ ਵੀ ਹੋ ਕੇ ਆਉਂਦਾ। ਕੋਈ ਇਕੱਲੀ ਗੱਲ ਐ ਨਹੀਂ ਹੈ ਕਿ ਫਲੱਡ ਐਵੇਂ ਹੀ ਹੋ ਗਿਆ, ਕਿਉਂਕਿ ਉਹਦੇ 'ਚ ਜਵਾਬਦੇਹੀ ਦੀ ਗੱਲ ਹੀ ਨਹੀਂ। ਜਿੰਨੇ ਰੁੜ ਗਏ ਸ਼ਕਸ਼ਕਾਈ ਹੋ ਗਈ ਉੱਥੇ ਕਿੱਥੇ ਕਿਸੇ ਨੇ ਪੁੱਛਣਾ ਕਿ ਕਿੱਥੇ ਲੱਗ ਗਿਆ ਕਿੱਥੇ ਨਹੀਂ। 2 ਵਾਰ ਵੀ ਬੰਨ ਟੁੱਟ ਕੇ ਵਿੱਚ ਪੈ ਸਕਦਾ। ਇਹ ਤਾਂ ਸਾਡੇ ਥੋੜਾ ਜਿਹਾ ਲਾਈਟਰ ਮੂਡ 'ਚ ਮੈਂ ਕਹਿੰਦਾ ਵੀ ਸਾਡੇ ਪੰਜਾਬ 'ਚ ਤਾਂ ਇਹ ਪਹਿਲਾਂ ਮਸ਼ਹੂਰ ਸੀਗਾ ਵੀ 3 ਫਸਲਾਂ ਹੁੰਦੀਆਂ ਨੇ ਤੇ ਇੱਕ ਹੁੰਦੀ ਹੈ ਰਬੀ ਕ੍ਰੌਪ, ਇੱਕ ਹੁੰਦੀ ਹੈ ਖਰੀਫ ਕ੍ਰੌਪ ਤੇ ਤੀਜੀ ਹੁੰਦੀ ਹੈ ਰਿਲੀਫ ਕ੍ਰੌਪ। ਜੇ ਸੋਕਾ ਪਏਗਾ ਤਾਂ ਵੀ ਰਿਲੀਫ ਹੈ, ਜੇ ਪਹਾੜ ਆ ਗਏ ਤਾਂ ਵੀ ਰਿਲੀਫ ਹੈ। ਤੇ ਰਿਲੀਫ 'ਚੋਂ ਵੀ ਕ੍ਰੌਪ ਹੀ ਹੈ, ਉਹ ਕ੍ਰੌਪ ਜਿਹਨੇ ਪਏ ਉਹ 'ਚੋਂ ਬਣ ਜਾਂਦੇ ਨੇ। ਉਹ ਕ੍ਰੌਪ ਹੀ ਆ ਸਾਰੇ ਕੁਛ ਹੁੰਦੇ ਨੇ ਜਿਹਦਾ ਉੱਪਰੋਂ ਲੈ ਹੇਠਾਂ ਤੱਕ ਹੱਥ ਪੈਂਦਾ, ਜਿਹਦੇ ਵਿੱਚੋਂ ਦੀ ਉਹ ਲੰਘਣਾ ਮਾੜਾ ਮੋਟਾ ਚੀਜ਼ਾਂ, ਉਹ ਸਾਰੀਆਂ ਪਟਵਾਰੀ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਚਲਾ ਜਾਂਦਾ ਕਹਿੰਦੇ ਨੇ ਸਾਰੇ ਸਿਸਟਮ ਦੇ ਵਿੱਚ। ਇਹਦੇ 'ਚ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਇੱਕ ਤਾਂ ਮੈਨੇਜਮੈਂਟ ਵਾਲੀ ਸਾਈਡ ਹੈ, ਦੂਜਾ ਰਿਲੀਫ ਫੰਡ ਦਾ ਵੀ ਕੁਐਸਚਨ ਹੈ। ਜਦੋਂ ਇਹ ਚੀਜ਼ਾਂ ਆਉਂਦੀਆਂ ਨੇ ਤੇ ਰਿਲੀਫ ਫੰਡ ਦਾ ਇੱਕ ਕੁਐਸਚਨ ਉਸ ਲੈਵਲ ਤੇ ਹੈ, ਔਰ ਉਹ ਰਿਲੀਫ ਸਫੀਸ਼ੈਂਟ ਹੁੰਦੀ ਹੈ ਕਿੰਨੀ ਹੈ। ਕਦੇ ਰਿਲੀਫ ਵੀ ਤੁਹਾਡੇ ਹੁੰਦੇ ਕਿਤੇ, ਕਿਉਂਕਿ ਅਸੀਂ ਡਰੇਨਾਂ, ਇਹ ਵੀ ਤਾਂ ਰਿਲੀਫ ਦੇ ਵਿੱਚ ਕੀ ਆਉਂਦਾ, ਡਰੇਨਾਂ ਵੀ ਦੁਬਾਰਾ ਸੁਧਾਰਨੀਆਂ ਨੇ, ਬਾਕੀ ਪੈਸੇ ਵੀ ਹੋਣੇ ਨੇ, ਜਿਨ੍ਹਾਂ ਦਾ ਨੁਕਸਾਨ ਹੋ ਗਿਆ, ਜਾਨੀ ਹੋ ਗਿਆ 1.5 ਲੱਖ ਤੋਂ 4 ਲੱਖ ਉਹਨੂੰ ਵੀ ਮਿਲਣਾ ਹੈ, ਪਸ਼ੂ ਮਰ ਗਿਆ ਉਹਦਾ ਵੀ ਹੈ, ਜਾਂ ਕੋਈ ਹੋਰ ਜਿਹੜੇ ਨੁਕਸਾਨ ਜਿੰਨੇ ਵੀ ਹੋ ਗਏ ਉਹਨਾਂ ਨੂੰ ਸਾਰਿਆਂ ਨੂੰ ਮਿਲਣੇ ਨੇ। ਔਰ ਪੰਜਾਬ 'ਚ ਪੈਟਰਨ ਕੀ ਹੈ, ਕਿੰਨਾ ਕੁ ਰੈਲੇਵੈਂਟ ਹੈ ਰਿਲੀਫ ਦਾ ਪੈਟਰਨ? ਦੇਖੋ ਰਿਲੀਫ ਜਿਹੜਾ ਮੇਜਰਸ ਹੈਗੇ ਆ ਜਾਂ ਰਿਲੀਫ ਦਾ ਪੈਕੇਜ ਹੈ, ਆਫਟਰ ਦੀ ਫਲੱਡ ਅਸੈਸਮੈਂਟ ਹੁੰਦੀ ਆ, ਰੈਵਨਿਊ ਅਥਾਰਟੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਬਾਕੀ ਡਿਪਾਰਟਮੈਂਟ ਸਾਰੇ ਰਲ ਕੇ ਕਰਦੇ ਆ। ਬਟ ਇਹ ਇੱਕ ਅਲੱਗ ਇਸ਼ੂ ਆ, ਇੱਕ ਤਾਂ ਜਦੋਂ ਡੈਮੇਜ ਹੋ ਗਿਆ ਉਸ ਤੋਂ ਬਾਅਦ ਸਮ ਰਿਲੀਫ ਟੂ
is given to the people just to compensate the damages. But damages ਹੋਵੇ ਕਿਉਂ, ਪਹਿਲਾਂ ਤੇ ਹੀ ਹੈ ਉਹਨੂੰ ਅਰੈਸਟ ਕਰੀਏ, ਬਾਅਦ 'ਚ ਆਪਾਂ ਜਿਹੜਾ ਰਿਲੀਫ 'ਤੇ ਪੈਸੇ ਖਰਚਦੇ ਉਹਦੇ ਨਾਲ ਉਹ ਪੈਸੇ ਆਪਾਂ ਜੇ ਫਲੱਡ ਪ੍ਰੋਟੈਕਸ਼ਨ ਮੇਜਰਸ 'ਤੇ ਪਹਿਲਾਂ ਖਰਚ ਲਏ ਤਾਂ ਆਪਣਾ ਘੱਟ ਤੋਂ ਘੱਟ 50% ਡੈਮੇਜਸ ਹੀ ਘਟਾ ਸਕਦੇ ਹਾਂ, ਲੋਕਾਂ ਦੀਆਂ ਸਫਰਿੰਗ ਘਟਾ ਸਕਦੇ ਹਾਂ। ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਰਿਲੀਫ ਵਾਲੇ ਪਾਸੇ ਪੈਸੇ ਨਹੀਂ ਜ਼ਿਆਦਾ ਖਰਚਣੇ ਚਾਹੀਦੇ ਜਿੰਨੇ ਉਹ ਤੋਂ ਪਹਿਲਾਂ ਰਿਲੀਫ ਨਾਲੋਂ ਵੀ ਘੱਟ ਪੈਸੇ ਖਰਚ ਕਰਕੇ ਬਚ ਸਕਦਾ। ਫਲੱਡ ਪ੍ਰੋਟੈਕਸ਼ਨ ਨੂੰ ਟਾਈਮਲੀ ਜੇ ਆਪਾਂ ਲੈ ਲਈਏ, ਪ੍ਰੋਪਰ ਮੈਨੇਜਮੈਂਟ ਹੋ ਜਾਏ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਿੰਨੇ ਮੇਜਰਸ ਹੈਗੇ ਆ ਆਪਾਂ ਆਪਣੇ ਜਿੱਥੇ ਵਲਨਰੇਬਲ ਪੁਆਇੰਟਸ ਉਹਨਾਂ ਨੂੰ ਸਟਰੈਂਥਨ ਕਰ ਲਈਏ, ਜਾਂ ਹੋਰ ਆਪਾਂ ਜਿਹੜੇ ਵੀ ਆਪਾਂ ਫਲੱਡ ਪ੍ਰੋਟੈਕਸ਼ਨ ਦੇ ਬਾਕੀ ਮੇਜਰਸ ਇੱਕ ਪਾਰਟੀਕੂਲਰ ਸਪੌਟ ਜਾਂ ਪਾਰਟੀਕੂਲਰ ਏਰੀਆ ਵਾਸਤੇ ਲੈ ਸਕਦੇ ਹਾਂ, ਰੈਲੇਵੈਂਟ ਹੈ, ਉਹ ਟਾਈਮਲੀ ਲੈ ਜਾਣ ਤਾਂ ਇਹ ਜਿਹੜੀਆਂ ਰਿਲੀਫ ਦੀ ਸ਼ਾਇਦ ਲੋੜ ਹੀ ਨਾ ਪਵੇ। ਸੋ ਇਸ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਕਿ ਬਿਫੋਰ ਦੀ ਮੌਨਸੂਨ ਆਲ ਫਲੱਡ ਪ੍ਰੋਟੈਕਸ਼ਨ ਮੇਜਰ ਸਟਰਕਚਰਲ ਜਾਂ ਨਾਨ ਸਟਰਕਚਰਲ ਇੰਸਪੈਕਸ਼ਨ, ਡੀਸੈਲਟਿੰਗ, ਸਟਰੈਂਥਨਿੰਗ ਆਫ ਰਿਵਰਟੇਨਿਵ ਵਰਕਸ ਟਾਈਮਲੀ ਹੋ ਜਾਣ ਤਾਂ ਮੇਰੇ ਹਿਸਾਬ ਨਾਲ ਜਿੱਦਾਂ ਦਾ ਹੁਣ ਸਿਚੁਏਸ਼ਨ ਪੰਜਾਬ ਦੀ ਉਹਦੇ ਵਿੱਚ ਲੋਕਾਂ ਦੀਆਂ ਸਫਰਿੰਗ ਮੋਰ ਦੈਨ 50% ਘੱਟ ਸਕਦੀਆਂ ਹੈਗੀਆਂ। ਔਰ ਫਲੱਡ ਜਿਹੜੇ ਤੁਸੀਂ ਦੱਸਿਆ ਨਾ ਕਹਿੰਦੇ ਆ ਵੀ ਰਿਲੀਫ ਹੈਗਾ, ਇਹਨਾਂ ਵਿੱਚ ਤਾਂ ਸਭ ਤੋਂ ਜ਼ਿਆਦਾ ਸਾਡੀਆਂ ਜਿਹੜੀਆਂ ਸੋਸ਼ਲ ਆਰਗਨਾਈਜ਼ ਸਾਡੇ ਗੁਰਦੁਆਰੇ ਕਹਿ ਲਓ ਜਿੱਥੋਂ ਲੰਗਰ ਫ੍ਰੀ ਜਾਂਦੇ ਆ, ਹੋਰ NGOs ਹੈਗੇ ਉਹ ਕਾਫੀ ਕੁਛ ਅੱਗੇ ਆ ਕੇ ਹੈਲਪ ਕਰਦੇ ਆ। ਪਰ ਇਹਦੇ 'ਚ ਇੱਕ ਪੰਜਾਬ ਸਰਕਾਰ ਦੇ ਅਧਿਕਾਰੀ ਜਾਂ ਪੰਜਾਬ ਸਰਕਾਰ ਇਹ ਕਹਿੰਦੀ ਹੈ ਇੱਕ ਕਿ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਰਿਲੀਫ ਫੰਡ ਹੈ ਉਹ ਸਾਨੂੰ ਪਹਿਲਾਂ ਖਰਚਣ ਦੀ ਇਜਾਜ਼ਤ ਨਹੀਂ, ਤਬਾਹ ਹੋਣ ਤੋਂ ਬਾਅਦ ਦੀ ਹੈ, ਵੀ ਉਹਦਾ ਕੁਝ ਹਿੱਸਾ ਜੇ ਪਹਿਲਾਂ ਖਰਚਣ ਦੀ, ਕਿਉਂਕਿ ਉਹਦੇ 'ਚ ਨੈਸ਼ਨਲ 75% ਪੈਸਾ ਨੈਸ਼ਨਲ ਲੈਵਲ ਤੋਂ ਪੈਂਦਾ, ਗਵਰਨਮੈਂਟ ਆਫ ਇੰਡੀਆ ਪਾਉਂਦੀ ਹੈ, ਤੇ ਉਹਦੇ ਰੂਲਸ ਵਗੈਰਾ ਤੇ ਪਰ ਗੱਲ ਕਦੇ ਨਹੀਂ ਹੁੰਦੀ ਓਪਨਲੀ ਨਾ ਵੀ ਇਹਨੂੰ ਤੁਸੀਂ ਬਦਲਵਾ ਹੀ ਲਓ ਕਿ 10% 20% ਪਹਿਲਾਂ ਖਰਚਣ ਦੀ ਇਜਾਜ਼ਤ ਹੋ ਜੇ। ਨਹੀਂ, ਪਹਿਲਾਂ ਤਾਂ ਖਰਚਣ ਦੀ ਇਜਾਜ਼ਤ ਨਹੀਂ, ਪਰ ਦੇਖੋ ਹੁਣ ਜਿਹੜਾ ਤੁਹਾਡਾ ਆਇਆ ਹੈ ਹੁਣ 15ਵਾਂ ਵਿੱਤ ਕਮਿਸ਼ਨ 15th ਫਾਈਨੈਂਸ ਕਮਿਸ਼ਨ ਜਿਹੜਾ ਆਇਆ ਸੀ, ਜਿਹਨੇ ਮਤਲਬ 2022 ਤੋਂ ਉਹਦੀ ਰਿਪੋਰਟ ਲਾਗੂ ਹੋਈ ਹੈ। ਹੁਣ ਆ ਪਿਛਲੇ 5 ਸਾਲਾਂ ਦੇ ਵਿੱਚ ਹੁਣ ਉਹਨਾਂ ਨੇ ਇੰਨਾ ਕੁ ਦਾ ਕਰਤਾ ਥੋੜਾ ਜਿਹਾ ਵੀ ਤੁਸੀਂ ਲੋਕਲ ਪ੍ਰੋਬਲਮਸ ਲਈ 10% ਪੈਸਾ ਖਰਚ ਸਕਦੇ ਹੋ, ਪਰ ਸਟਿਲ ਉਹਦੇ ਨਾਲ ਤੁਸੀਂ ਦੇਖੋ ਵੀ ਉਹਦੇ 'ਚ ਕੀ ਹੈ, ਉਹਦੇ ਜੇ ਕਿਸੇ ਦੀ ਜਾਨ ਚਲੀ ਗਈ 4 ਲੱਖ ਰੁਪਇਆ, ਵੀ ਜਿਹਦਾ ਬ੍ਰੈਡ ਬਰਨਰ ਚਲਿਆ ਗਿਆ ਕੀ 4 ਲੱਖ ਨਾਲ ਸਾਰੀ ਜ਼ਿੰਦਗੀ ਪਰਿਵਾਰ ਕੱਟ ਲੂਗਾ ਵੀ। ਜਾਂ ਦੂਜੇ ਪਾਸੇ ਹੁਣ ਅਸੀਂ ਆਹੀ ਕਹਿੰਦੇ ਆ ਆਪਣਾ ਤੁਸੀਂ ਲੈ ਲਓ, ਪਹਿਲੀ ਗੱਲ ਕ੍ਰੌਪ ਕੰਪਨਸੇਸ਼ਨ ਦਾ ਤਾਂ ਉਹਦੇ 'ਚ ਪ੍ਰੋਵੀਜ਼ਨ ਹੀ ਨਹੀਂ ਹੈ। ਜਿਹੜੀ ਉਹਦੇ 'ਚ ਪ੍ਰੋਵੀਜ਼ਨ ਹੈ ਉਹ ਹੈਗੀ ਹੈ ਵੀ ਤੁਸੀਂ ਜਿਹੜਾ ਥੋੜਾ ਨੁਕਸਾਨ ਹੋ ਗਿਆ ਖੇਤ ਦੇ ਵਿੱਚ, ਫਸਲ ਥੋੜੀ ਖਰਾਬ ਹੋ ਗਈ, ਉਸ ਫਸਲ ਦੇ ਵਿੱਚ ਨਵੇਂ ਸੀਡ ਫਲਾਣਾ ਧਮਕਾਣਾ ਲੈਣ ਲਈ ਉਹਦੇ 'ਚ ਪ੍ਰੋਵੀਜ਼ਨ ਹੈ। ਉਸ ਪ੍ਰੋਵੀਜ਼ਨ ਹੁਣ ਕਿੰਨੀ ਹੈ ਵੀ ਜੇ ਤੁਹਾਡਾ ਇਰੀਗੇਟਡ ਏਰੀਆ ਦਾ 17,000 ਪਰ ਹੈਕਟੇਅਰ ਤੇ ਜੇ ਅਦਰਵਾਈਜ਼ ਹੈ ਤਾਂ 85 ਰੁਪਏ ਪਰ ਹੈਕਟੇਅਰ, ਵੀ 3400 ਰੁਪਏ ਦਾ ਕਿੱਲੇ ਮਗਰ ਮਿਲਦਾ ਹੈ, ਜਾਂ ਇਰੀਗੇਟਡ 6800 ਮਿਲਦਾ, 6800 ਦਾ ਕੀ ਬਣਦਾ ਹੈ? ਉਹ ਐਕਚੁਅਲੀ ਉਹਦਾ ਜਿਹੜਾ ਪਰਪਸ ਹੈ ਉਹ ਕਿਸਾਨ ਨੂੰ ਕੰਪਨਸੇਟ ਕਰਨਾ ਜਾਂ ਫਲੱਡ ਡੈਮੇਜ ਨੂੰ ਕੰਪਨਸੇਟ ਕਰਨਾ ਹੈ ਹੀ ਨਹੀਂ, ਉਹਦਾ ਹੈ ਵੀ ਲੋਕਾਂ ਦੀ ਸਪੋਰਟ ਕਰਨਾ ਟੂ ਸੋ ਆਲਟਰਨੇਟ ਕ੍ਰੌਪਸ। ਵੀ ਕਿਸੇ ਨੇ ਚਲਾ ਹੁਣ ਆ ਗਿਆ ਵੀ ਉਹ ਆਪਦਾ ਕੋਈ ਤਾਰਾ ਮੀਰਾ ਬੀਜ ਲੂਗਾ, ਕੋਈ ਤੋਰੀਆ ਬੀਜ ਲੂਗਾ, ਕੋਈ ਕੁਛ ਹੋਰ ਕਰ ਲੂਗਾ, ਉਹਦੇ ਵਿੱਚ ਵੀ ਹੁਣ ਕਿਉਂਕਿ ਬੇਸਿਕਲੀ ਤਾਂ ਉਹਦੇ ਚ ਹੋਣਾ ਚਾਹੀਦਾ ਵੀ ਟਾਈਮਲੀ ਮਿਲਦੇ ਨਹੀਂ ਪੈਸੇ, ਬੀਮਾ ਹੋਣਾ ਚਾਹੀਦਾ ਹੈ। ਜਿਹੜਾ ਪਹਿਲਾਂ ਜਿਹੜਾ ਉਹਦੇ ਚ ਉਹਦਾ ਜਿਹੜਾ ਅਸਲੀ ਜਿਹੜਾ ਹੱਲ ਹੈ ਉਹ ਤਾਂ ਇਹ ਵੀ ਰਿਸਕ ਲਈ ਬੀਮਾ ਹੋਣਾ ਚਾਹੀਦਾ, ਭਾਵੇਂ ਫਸਲਾਂ ਨੇ ਭਾਵੇਂ ਕੋਈ ਵੀ ਹੈ। ਪਰ ਅਸੀਂ ਇੰਡੀਵਿਜੂਅਲ ਬੰਦਾ ਹੈ, ਹੁਣ ਅਸੀਂ ਉਹਦਾ ਸੌਖਾ ਤਰੀਕਾ ਇਹ ਲੱਭ ਲਿਆ ਵੀ ਸਰਕਾਰਾਂ, ਕਿਉਂਕਿ ਸਰਕਾਰਾਂ ਦਾ ਤਾਂ ਇਹ ਕੰਮ ਇਹ ਹੈ ਵੀ ਸਾਡਾ ਹੱਥ ਜਿਹੜਾ ਸਾਡਾ ਹੱਥ ਹੈ ਉਹ ਐਂ ਹੋਣਾ ਚਾਹੀਦਾ ਹੈ ਵੀ ਉਹਨਾਂ ਨੇ ਚੁੱਪ ਕਰਕੇ ਵੀ ਹੁਣ ਇਹਨੂੰ ਅਸੀਂ ਜੀ 15,000 ਕਰਤਾ, ਜਿਹੜਾ ਤੁਸੀਂ 17,000 ਕਰਤਾ, ਕ੍ਰੌਪ ਦੀ ਗੱਲ ਕਰ ਰਹੇ ਹੋ, ਕ੍ਰੌਪ ਇੰਸ਼ੋਰੈਂਸ ਤਾਂ ਸਾਡੇ ਕੰਟਰੀ 'ਚ PM ਕ੍ਰੌਪ ਇੰਸ਼ੋਰੈਂਸ ਹੈ। ਹਾਂਜੀ ਹਾਂ, ਤੇ ਉਹ ਸਾਰੇ ਸੂਬੇ ਵਿਡਰਾ ਕਰ ਰਹੇ ਨੇ, ਬਲਕਿ ਪਹਿਲਾਂ ਕੰਪਲਸਰੀ ਜ਼ਿਆਦਾ ਆ ਗਏ ਸੀ, ਹੁਣ ਵਿਡਰਾ ਕਰ ਰਹੇ ਨੇ। ਪੰਜਾਬ ਨੇ ਖੈਰ ਉਹ ਇੰਪਲੀਮੈਂਟ ਹੀ ਨਹੀਂ ਕੀਤੀ, ਇਸੇ ਕਰਕੇ ਪੰਜਾਬ ਨੇ ਜਿਹੜਾ ਇੰਪਲੀਮੈਂਟ ਨਹੀਂ ਕੀਤਾ ਇਹ ਕੋਈ ਬੜਾ ਵਧੀਆ ਡਿਸੀਜਨ ਨਹੀਂ ਹੈ। ਪੰਜਾਬ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਸੀ, ਕਣਕ ਝੋਨੇ ਨੂੰ ਛੱਡ ਕੇ ਬਾਕੀ ਫਸਲਾਂ 'ਤੇ ਤਾਂ ਨੁਕਸਾਨ ਹੁੰਦਾ, ਬਾਕੀ ਫਸਲਾਂ 'ਤੇ ਸਾਨੂੰ ਲੈਣਾ ਚਾਹੀਦਾ, ਕਿਉਂਕਿ ਕਣਕ ਝੋਨੇ ਚਲੋ ਅਸੀਂ ਮੰਨਦੇ ਹਾਂ ਵੀ ਸਾਡੇ ਕਦੇ ਵੀ ਇੰਡੈਮਨਿਟੀ 90% 10% ਲਾਸ ਦੀ ਹੈਗੀ ਆ, ਵੀ 90% ਜੇ ਥੋੜੀ ਯੀਲਡ ਹੈਗੀ ਤੁਹਾਨੂੰ ਨਹੀਂ, ਤੇ ਉਹਨਾਂ ਕੁ ਲਾਸ ਸਾਡਾ ਕਦੇ ਹੁੰਦਾ ਨਹੀਂ। ਤੋ ਇਸ ਕਰਕੇ ਸਾਨੂੰ ਠੀਕ ਹੈ ਕਣਕ ਝੋਨਾ, ਪਰ ਉਹ ਤੋਂ ਬਿਨਾਂ ਬਾਕੀ ਏਰੀਆ ਵੀ ਤਾਂ ਹੈਗਾ ਨਾ 15%। ਪਰ ਬਾਕੀ ਦਾ ਐਕਸਪੀਰੀਅੰਸ ਬਾਕੀ ਸਟੇਟਾਂ ਦਾ ਕਿਤੇ ਵੀ ਉਹ ਜਿਹਾ ਨਹੀਂ ਨਾ ਹੈ, ਜਿੱਥੇ ਵੀ ਉਹ ਮੰਗਦੇ ਨੇ ਤੇ ਉਹ ਕਰੋੜਾਂ ਰੁਪਏ ਕੰਪਨੀ ਦੀਆਂ ਰਿਪੋਰਟਾਂ ਦੋ ਉਲਟਾ ਰਹੀਆਂ ਨੇ। ਉਹਨਾਂ ਦੇ ਐਕਸਪੀਰੀਅੰਸ ਦੇ ਵਿੱਚ ਤੇ ਆਪਣੇ ਸਟੇਟ ਦੇ ਐਕਸਪੀਰੀਅੰਸ ਵਿੱਚ ਇੱਕ ਫਰਕ ਹੈ ਕਿ ਆਪਣੇ ਆਲਮੋਸਟ 99% 99.9% ਏਰੀਆ ਅੰਡਰ ਇਰੀਗੇਸ਼ਨ ਹੈ। ਸਾਡੇ ਐਟਲੀਸਟ ਕ੍ਰੌਪ ਅਸ਼ੋਰਡ ਹੈ, ਉਹ ਠੀਕ ਹੈ ਵੀ ਉਹਦੀ ਯੀਲਡ ਕਿੰਨੀ ਆਉਂਦੀ ਹੈ ਕਿੰਨੀ ਨਹੀਂ ਆਉਂਦੀ ਵੱਖਰੀ ਗੱਲ ਹੈ। ਜੇ ਇਸ ਤਰ੍ਹਾਂ ਦਾ ਜੇ ਅਸੀਂ ਕੋਈ ਸਿਸਟਮ ਬਣਾਈਏ, ਹੁਣ ਸਰਕਾਰ ਨੇ ਅਨਾਉਂਸ ਕੀਤਾ ਵੀ ਅਸੀਂ ਮੂੰਗੀ ਤੇ MSP ਦੇਵਾਂਗੇ, ਤੇ ਮੂੰਗੀ ਤੇ MSP ਦੇਣ ਦੀ ਬਜਾਏ ਜੇ ਤੁਸੀਂ ਇਹ ਕਹੋ ਵੀ ਜੇ ਭਾਈ ਇੰਸ਼ੋਰੈਂਸ ਕਰਾਓ ਮੂੰਗੀ ਦਾ 75% ਭਾਰਤ ਸਰਕਾਰ ਦੇਣਾ, 25% ਤੁਸੀਂ ਦੇਣਾ, ਮੁੜ ਕੇ ਉਹਦੀ ਕੋਈ ਡੈਫੀਸ਼ੀਐਂਸੀ ਪ੍ਰਾਈਸ ਪੇਮੈਂਟ ਦਾ ਸਿਸਟਮ ਕਰ ਦਿਓ।
देयर आर सो ਮੈਨੀ ਵੇਜ਼, ਕਈ ਤਰੀਕੇ ਨੇ ਜਿਨ੍ਹਾਂ ਦੇ ਨਾਲ ਉਸ ਸਿਸਟਮ ਨੂੰ ਮੈਨੇਜ ਕੀਤਾ ਉਹਦੇ ਜਾ ਨਾਲ ਤਾਂ ਸਕਦਾ। ਮਾਰਕੀਟ ਥੋੜੀ ਤੈਅ ਹੋਏਗੀ। ਮੂੰਗੀ ਦਾ ਮੰਨ ਲਓ ਕਰਾ ਲਿਆ, ਜੇ 85 ਨਹੀਂ ਕਰਾ ਲਿਆ ਰੁਪਏ ਮੂੰਗੀ ਦਾ ਰੇਟ ਆ, ਉਹ ਵਿਕਦੀ 4000 ਰੁਪਏ, ਉਹਦੇ ਨਾਲ ਉਹ ਕੰਪਨਸੇਟ ਨਹੀਂ ਨਾ ਹੋ ਸਕਦਾ। ਮੈਂ ਤਾਂ ਹੀ ਕਹਿ ਰਿਹਾ ਵੀ ਇਹ ਅਨਾਉਂਸਮੈਂਟਾਂ ਤਾਂ ਹੋ ਜਾਂਦੀਆਂ ਨੇ, ਪਰ ਜਿਹੜਾ ਐਕਚੁਅਲ ਲੋਕਾਂ ਨੂੰ ਰਿਲੀਫ ਹੈ, ਹੁਣ ਜਿਹਦੀ ਤਾਂ ਫਸਲ ਸਾਰੀ ਮਰ ਗਈ, 17000 ਦੇ ਦਿਓ ਉਹਨੂੰ, ਚਲੋ ਜੇ ਦੇ ਵੀ ਦਿਓਗੇ 17000 ਤਾਂ 17000 ਨਾਲ ਉਹਨੂੰ ਕਿੰਨਾ ਬਣਿਆ, ਉਹੀ ਫਿਰ 6800 ਰੁਪਏ ਏਕੜ ਦਾ ਹੀ ਬਣਿਆ। ਤੇ 6800 ਰੁਪਏ ਏਕੜ ਦਾ ਥੋੜੇ 8 ਕੁਇੰਟਲ 4 ਕੁਇੰਟਲ ਮੂੰਗੀ ਵੀ ਚਲੋ ਨਿਕਲਦੀ ਹੈ ਕਿੱਲੇ ਦੀ, ਤੇ 4 ਤੀਏ 12 4 ਢਾਈ 10 ਤੇ 680 ਰੁਪਏ ਮਿਲੇ, ਕੀ ਬਣਿਆ? ਕੁਝ ਵੀ ਨਹੀਂ ਬਣਿਆ। ਵੈਲ ਬੇਸਿਕਲੀ ਤਾਂ ਐਕਚੁਅਲੀ ਇਹ ਹੈ ਕਿ ਵੀ ਉਹ ਜਿਹੜੀ ਕੰਪਨਸੇਸ਼ਨ ਮਿਲਦੀ ਹੈ ਉਹ ਬਹੁਤ ਜ਼ਿਆਦਾ ਥੋੜੀ ਹੈ, ਉਹ ਥੋੜੀ ਜਿਹੜੀ ਇਨਪੁਟ ਰਿਲੀਫ ਪੈਕੇਜ ਆ, ਕੰਪਨਸੇਸ਼ਨ relief package ਉਹਦਾ ਸਰਕਾਰ ਉੱਥੋਂ ਦੀ ਹੈ, ਜਿਹੜੀ ਆਪਾਂ ਸਰਕਾਰ ਆਪਦੇ ਕੋਲੋਂ ਪੈਸੇ ਪਾ ਕੇ ਵੀ ਦੇ ਦਿੰਦੀ ਹੈ, ਉਹ ਵੀ ਪ੍ਰੋਪਰਲੀ ਕੰਪਨਸੇਟ ਨਹੀਂ ਕਰਦੀ ਹੈ। ਐਕਚੁਅਲੀ ਉਹ ਨੈਸ਼ਨਲ ਲੈਵਲ ਦੀ ਪਾਲਿਸੀ ਆ, ਉਹ ਪੂਰੇ ਕੰਟਰੀ ਦੀ ਟੋਟਲ ਸਿਸਟਮ ਦੇ ਨਾਲ ਡਿਜ਼ਾਈਨਡ ਆ, ਨਾਟ ਫॉर ਅ ਪਾਰਟਿਕੂਲਰ ਬਿਲਕੁਲ ਸਟੇਟ। ਬਿਲਕੁਲ। ਇਸ ਕਰਕੇ ਉਹਦੇ ਔਰ ਜਿਹੜੀ ਡਾਇਵਰਸਿਟੀ ਹੈ ਇਹਨੂੰ ਧਿਆਨ ਚ ਨਹੀਂ ਰੱਖਿਆ ਜਾਂਦਾ ਓਵਰਆਲ ਨਾ, ਕਿ ਪੰਜਾਬ ਦੀ ਨੀਡ ਜਾਂ ਇੱਥੋਂ ਦੇ ਲੋਕਾਂ ਦਾ ਜੀਵਨ ਸਟੈਂਡਰਡ ਜਾਂ ਬਾਕੀ ਚੀਜ਼ਾਂ ਸਾਰੀਆਂ ਕ੍ਰੌਪ ਇਰੀਗੇਟਡ ਹੈਗੀਆਂ, ਪ੍ਰੋਪਰ ਅਸ਼ੋਰਡ ਇਰੀਗੇਸ਼ਨ ਜਾਂ ਗਰਾਊਂਡ ਵਾਟਰ ਜਾਂ ਸਰਵੇ, ਬਾਕੀ ਸਟੇਟਾਂ 'ਚ ਹੈ ਨਹੀਂ। ਉੱਥੇ ਫੇਲੀਅਰ ਆਫ ਕ੍ਰੌਪ ਜ਼ਿਆਦਾ ਹੈਗੀਆਂ, ਜਿਹੜੀਆਂ ਮੇਨ ਸਾਡੀਆਂ ਤਾਂ ਮੇਨ ਕ੍ਰੌਪ 'ਚ ਫੇਲੀਅਰ ਦੇ ਚਾਂਸ ਬਹੁਤ ਘੱਟ ਹੈ। ਦੂਜੀਆਂ ਸਟੇਟਾਂ 'ਚ ਜਿਹੜੀਆਂ ਮੇਨ ਕ੍ਰੌਪ ਹੈ, ਜਿਹੜੀਆਂ 2 ਪ੍ਰਾਈਮ ਕ੍ਰੌਪ, ਉਹਨਾਂ ਦੇ ਫੇਲੀਅਰ ਦੇ ਚਾਂਸ ਜ਼ਿਆਦਾ, ਪਰ ਉੱਥੇ ਵੀ ਇੰਸ਼ੋਰੈਂਸ ਦੀ ਲੋੜ ਹੈ। ਬਟ ਐਜ਼ ਯੂ ਸੈਡ ਕਿ ਉਹ ਬਹੁਤਾ ਸਕੀਮ ਦਾ ਲੋਕਾਂ ਨੂੰ ਫਾਇਦਾ ਨਹੀਂ ਹੋਇਆ। ਤੇ ਜਿਹੜਾ ਓਵਰਆਲ ਸਾਰੇ ਫਿਰ ਆਪਾਂ ਗੱਲ ਕਰੀਏ, ਜਿਵੇਂ ਕੱਸੀਆਂ, ਹਾਂ ਸੂਏ, ਹਾਂਜੀ, ਕਿੰਨੀਆਂ ਚੀਜ਼ਾਂ ਦੱਬੀਆਂ ਪਈਆਂ ਨੇ, ਮਤਲਬ ਹੁਣ ਕਬਜ਼ੇ 'ਚ ਨੇ ਕਿਸੇ ਦੇ। ਉਹ ਪਹਿਲਾਂ ਕਿਸੇ ਜ਼ਮਾਨੇ ਜਦੋਂ ਦੇ ਟਿਊਬਵੈਲ ਬਹੁਤ ਹੋ ਗਏ ਸੀ, ਲੋਕਾਂ ਨੇ ਵੀ ਬੰਦ ਕਰਤਾ ਨਹਿਰੀ ਪਾਣੀ ਕਾਫੀ ਹੱਦ ਤੱਕ, ਤੇ ਉਹ ਕਿੰਨਾ ਕੁ ਪਰਸੈਂਟੇਜ ਹੋਏਗੀ ਜਦੋਂ ਉਹ ਦੱਬ ਲੀਆਂ? ਤਾਂ ਉਹ ਫਲੋ ਵੀ ਸੀਗੇ ਇੱਕ ਟਾਈਪ ਦੇ ਸਾਡੇ, ਮਤਲਬ ਕਿਤੇ ਨਾ ਕਿਤੇ ਪਾਣੀ ਲਿਜਾਣ ਵਾਲੇ ਨਾ, ਬਾਕੀ ਪਾਣੀ ਵੀ ਉਹਨਾਂ ਦੇ ਰਾਹੀਂ ਕਿਤੇ ਨਾ ਕਿਤੇ ਜਾਂਦਾ ਸੀਗਾ, ਅੱਗੇ ਤੋਂ ਅੱਗੇ ਜਾਂਦਾ ਸੀ, ਔਰ ਉਹਨਾਂ ਦੇ ਰੁਕਣ ਦੇ ਨਾਲ। ਤੇ ਦੂਸਰਾ ਜਿਹੜਾ ਆ ਪੈਟਰਨ ਬਣ ਰਿਹਾ ਸਾਡੇ ਡਿਵੈਲਪਮੈਂਟ, ਵੱਡੀਆਂ ਕੋਰੀਡੋਰ ਬਣ ਰਹੇ ਨੇ, ਵੱਡੀਆਂ ਹੋਰ ਸੜਕਾਂ ਬਣ ਰਹੀਆਂ ਨੇ, ਬਹੁਤ ਵੱਡੇ ਵੱਡੇ 4 ਸਪੇਰੇ ਉਹ ਆ ਕੇ ਘੁੰਮ ਜਾਂਦੇ ਨੇ, ਉਹਦੇ ਨਾਲ ਟ੍ਰੈਡੀਸ਼ਨਲ ਆਊਟਲੈਟ ਤਾਂ ਬਚਦੇ ਹੀ ਨਹੀਂ ਹੈ। ਕਿੰਨੇ ਮੋਗੇ ਉੱਥੇ ਦੀ ਚਾਹੀਦੇ ਨੇ, ਮਤਲਬ ਕਿੰਨੇ ਸਾਈਫਨ ਚਾਹੀਦੇ ਨੇ, ਕਿੰਨੇ ਨਹੀਂ? ਕੀ ਇਹਨੂੰ ਵੀ ਕੋਈ ਅਥੈਂਟਿਕਲੀ ਕਦੇ ਜਾਂਚ ਹੁੰਦੀ ਹੈ ਸਾਡੇ ਕੋਲ ਡਰੇਨੇਜ ਡਿਪਾਰਟਮੈਂਟ ਜਾਂ ਵੱਖ-ਵੱਖ ਵੱਲੋਂ ਕਿ ਯਾਰ ਇਹ ਕਿੰਨੇ ਨੇ? ਔਰ ਮੈਨੂੰ ਕੋਈ ਕਹਿ ਰਿਹਾ ਸੀ ਕੱਲ ਹੀ ਖੜੇ ਇੱਕ ਪਿੰਡ ਵਾਲੇ ਵੀ ਸਾਡੇ ਪਿੰਡ ਦਾ 2 ਸਾਈਫਨ ਲੱਗੇ ਨੇ, ਇਹ ਠੀਕ ਸੀਗੇ, ਕੋਈ ਇਹਦੇ ਸਾਡਾ ਪਿੰਡ ਬਚ ਜਾਂਦਾ ਸੀ ਇਹਦੇ ਨਾਲ। ਹੁਣ ਇੱਧਰ ਦੀ 에ਅਰਪੋਰਟ ਰੋਡ ਵੱਡੀ ਹੋ ਗਈ ਹੈ ਨਾ, ਉਹਦੇ ਨਾਲ ਡਾਫ ਲੱਗਦਾ, ਤੇ ਇਧਰੋਂ SYL ਆ ਗਈ, ਸਾਡੇ ਨਾਲ ਆ ਹੋ ਗਿਆ। ਉਹ ਕਹਿੰਦਾ 3 ਪਾਸਿਓਂ ਪਾਣੀ ਹੁਣ 5 ਗੁਣਾ ਹੋ ਗਿਆ, ਸਾਡੇ 5 ਸਾਈਫਨ ਹੋਰ ਚਾਹੀਦੇ ਜੇ ਸਾਡਾ ਪਿੰਡ ਬਚਾਉਣਾ ਹੈ। ਉਧਰ ਨੂੰ ਤਾਂ ਕਹਿੰਦੇ ਸੋਚਿਆ ਨਹੀਂ, ਤੁਸੀਂ ਆਪਣਾ ਆਪਣਾ ਕਰ ਲਾਂਗੇ। ਇਹ ਜਿਹੜੀ ਪਲਾਨਿੰਗ ਹੈ ਮੈਕਰੋ ਸੋਚਣ ਦੀ ਬਜਾਏ ਵੱਡੀ ਪਲਾਨਿੰਗ ਦੇ ਵਿੱਚ, ਇਹਦੇ 'ਚ ਕੋਈ ਹਿੱਸੇਦਾਰ ਇਹੋ ਜਿਹਾ ਪਲਾਨਿੰਗਾਂ ਦੇ ਵਿੱਚ ਹੁੰਦੇ ਨੇ ਜਦੋਂ ਆਹ ਕੱਢਦੇ ਨੇ? ਮੇਰਾ ਸਿਧਾਂਤਕ ਲੈਵਲ ਤੇ ਇਹ ਸਵਾਲ ਹੈ ਕਿ ਜਦੋਂ ਤੁਸੀਂ ਇਹ ਵੱਡੀਆਂ ਸੜਕਾਂ ਕੱਢਣੀਆਂ ਨੇ, ਵੱਡੀਆਂ ਚੀਜ਼ਾਂ ਕਰਨੀਆਂ ਨੇ, ਉਹਦੇ 'ਚ ਸਾਰੇ ਐਕਸਪਰਟ ਹੁੰਦੇ ਹੋਣਗੇ, ਬਿਲਕੁਲ ਡਰੇਨੇਜ ਵਾਲੇ ਵੀ ਹੁੰਦੇ ਹੀ ਹੋਣਗੇ, ਬਾਕੀ ਵੀ ਹੋਣਗੇ। ਜਦੋਂ ਵੀ ਇਦਾਂ ਦਾ ਕੋਈ ਵੱਡਾ ਪ੍ਰੋਜੈਕਟ, ਚਾਹੇ ਕੋਈ ਰੇਲਵੇ ਲਾਈਨ ਪੈ ਰਹੀ ਆ, ਕੋਈ ਰੋਡ ਨੈਟਵਰਕ ਪੈ ਰਿਹਾ, ਜਾਂ ਕੋਈ ਕਨਾਲ ਹੈ ਬਣ ਰਹੀ ਨਵੀਂ, ਜਾਂ ਕੋਈ ਹੋਰ ਵੀ ਸਿਸਟਮ ਜਿਹੜਾ ਵੀ ਇਨਫਰਾਸਟ੍ਰਕਚਰ ਨਵਾਂ ਕ੍ਰੀਏਟ ਹੋ ਰਿਹਾ, ਉਹਦੇ ਵਿੱਚ ਹਰ ਚੀਜ਼ ਨੂੰ ਪ੍ਰੋਪਰਲੀ ਪਲਾਨ ਕੀਤਾ ਜਾਂਦਾ। ਚਾਹੇ ਉਹ ਸਟੋਰਮ ਵਾਟਰ ਦਾ ਡਿਸਚਾਰਜ ਹੈ, ਚਾਹੇ ਉਹ ਹੋਰ ਚੀਜ਼ਾਂ ਨਾਲ ਕਨੈਕਟਡ ਵਾਟਰ ਸਪਲਾਈ ਹੈ ਜਾਂ ਹੋਰ ਹੈ, ਉਹ ਸਾਰਾ ਪ੍ਰੋਪਰਲੀ ਪਲਾਨ ਹੋ ਕੇ ਉਹ ਸਿਸਟਮ ਜਿਹੜਾ ਉਹ ਪ੍ਰੋਜੈਕਟ ਤਿਆਰ ਹੁੰਦਾ, ਉਹਦੇ ਵਿੱਚ ਪ੍ਰੋਵੀਜ਼ਨ ਸਾਰੀ ਹੁੰਦੀ ਹੈ। ਤੇ ਉਸ ਤੋਂ ਬਾਅਦ ਉਹ ਪਬਲਿਕ ਡਾਕੂਮੈਂਟ ਹੀ ਬਣਦਾ, ਲੋਕਾਂ ਦੇ ਓਬਜੈਕਸ਼ਨ ਵੀ ਮੰਗੇ ਜਾਂਦੇ ਆ ਵੀ ਜੇ ਕਿਸੇ ਨੂੰ ਕੋਈ ਓਬਜੈਕਸ਼ਨ ਆ, ਉਹ ਕਲੀਅਰੈਂਸ ਵੀ ਪ੍ਰੋਪਰ ਹੁੰਦੀ ਹੈ, এনवायरमेंट ਕਲੀਅਰੈਂਸ ਵੀ ਹੁੰਦੀ ਆ, ਸਭ ਕੁਝ ਹੁੰਦਾ। ਸੋ ਜਿਹੜਾ ਸਿਸਟਮ ਪ੍ਰੋਪਰ ਵੇ ਨਾਲ ਡਿਜ਼ਾਈਨ ਹੋ ਕੇ ਇੰਪਲੀਮੈਂਟ ਹੁੰਦਾ, ਜਿੱਦਾਂ ਨੈਸ਼ਨਲ ਲੈਵਲ 'ਤੇ ਆ, ਉਹਦੇ 'ਚ 90% ਤੱਕ ਤਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵੀ ਕੰਜੈਸ਼ਨ ਆਫ ਫਲੋ ਆ, ਜੇ ਇੱਕ ਸਾਈਫਨ ਸੀ ਪਹਿਲਾਂ, ਹੁਣ ਉੱਥੇ 2 ਚਾਹੀਦੇ ਆ, ਉਹ ਸਾਰਾ ਟੇਕ ਕੇਅਰ ਕੀਤਾ ਜਾਂਦਾ। ਉਹ ਮਤਲਬ ਕਿੰਨਾ ਫਲੋ ਐਕਸਪੈਕਟਡ ਹੈ ਫਰੋਮ ਪਾਰਟੀਕੂਲਰ ਕੈਚਮੈਂਟ ਜਿਹੜਾ ਕਿਸੇ ਨਾਲ ਟਰੈਪ ਹੋ ਰਿਹਾ, ਜਾਂ ਉੱਥੋਂ ਕੰਜੈਸ਼ਨ ਨਾਲ ਹੋਰ ਕਿੰਨਾ ਐਕਸਲਰੇਟ ਹੋ ਜਾਏਗਾ, ਉਹ ਸਾਰੀਆਂ ਪ੍ਰੋਪਰ ਸਟੱਡੀ ਹੋ ਕੇ ਪਲਾਨ ਹੁੰਦਾ, ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ। ਬਟ ਕੋਈ ਅਨਫੋਰਸੀਨ ਗੱਲਾਂ ਰਹਿ ਸਕਦੀਆਂ, ਜਿਹਦੇ ਕਰਕੇ ਲੋਕਾਂ ਦੇ ਲੋਕੀ ਵੀ ਟਾਈਮਲੀ ਥੋੜਾ ਉਸ ਨੂੰ ਮੇਰੇ ਦਿਮਾਗ 'ਚ ਪਤਾ ਕਿਉਂ ਆਇਆ ਇਹ? ਹਾਂ, ਮੈਨੂੰ ਤਾਂ ਇੱਕ ਬੰਦੇ ਨੇ ਫੋਨ ਕੀਤਾ ਕਾਫੀ ਵੀ ਭਾਈ ਸਾਡੇ ਸਾਰੇ ਖੇਤ 'ਚ ਨਹੀਂ ਨਾ ਥਾਣੇਦਾਰ ਖੜਾ ਲਵਾ ਰਿਹਾ ਪੁਲੀ ਵੱਡੀ, ਸਾਡੇ ਇੱਥੇ ਨਹੀਂ ਸੀ, ਇਹ ਦੂਜੇ ਦੇ ਹੈ, ਉਹ ਦੂਜਾ ਬੰਦੇ ਦੀ ਤਾਕਤ ਹੈ ਸਰਕਾਰ 'ਚ। ਉਹ ਕਹਿੰਦਾ ਉਹਦੇ ਲਾ ਦੇ ਮੇਰੇ ਉਹ ਪੱਟ ਕੇ, ਪੁਰਾਣਾ ਫਲੋ ਹੈ, ਨਵਾਂ ਨਹੀਂ ਹੈ।
ਤੇ ਉਹ ਕਹਿੰਦਾ ਲੈ ਦੇ ਕੇ ਫਿਰ ਵੀ ਉਹ ਵੀ ਚਲ ਅੱਧ ਅੱਧ ਕਰ ਦਿੰਦੇ ਆ ਤੁਹਾਡਾ ਬੱਚੇ ਵਿਚਾਲੇ ਦੇ ਤੇਰੇ, ਉਹਦਾ ਵੀ ਰਹਿਣ ਦੇ, ਹੁਣ ਉਹਨੂੰ ਵੀ ਆਪਾਂ ਫਾਇਦਾ, ਜਿਹੜੀ ਪ੍ਰੈਕਟੀਕਲ ਐਗਜ਼ੀਕਿਊਸ਼ਨ ਹੁੰਦੀ ਆ ਚੀਜ਼ਾਂ ਦੀ ਨਾ, ਉਹ ਕੋਈ ਇਦਾਂ ਦੀ ਉਹਨੂੰ ਰਿਵਿਊ ਕੋਈ ਕਰਦਾ ਕਿ ਆ ਕਾਗਜ਼ ਤੇ ਤਾਂ ਹੈਗੀ ਹੈ, ਵਾਕਈ ਉੱਥੇ ਹੀ ਹੋਈ ਹੈ, ਨਹੀਂ ਹੋਈ ਹੈ, ਕੀ ਹੋਇਆ। ਨਹੀਂ ਇਦਾਂ ਦਾ ਦੇਖੋ, ਜਿਹੜੀ ਏਜੰਸੀ ਪ੍ਰੋਜੈਕਟ ਐਗਜ਼ੀਕਿਊਟਿਵ ਦੇ ਜਵਾਬ ਦੇ ਹੈਗੇ ਆ ਕਿ ਜਿੱਥੇ ਪ੍ਰੋਜੈਕਟ ਪਲਾਂਟ ਉੱਥੇ ਲੱਗਣੀ ਚਾਹੀਦੀ ਆ, ਉਹ ਸਾਰਾ ਸਿਸਟਮ ਦੇਖ ਕੇ ਡਿਪਰੈਸ਼ਨ ਜਿੱਥੇ ਮੈਕਸਿਮਮ ਫਲੋ ਆ ਰਿਹਾ, ਜਿੱਥੋਂ ਪਾਣੀ ਨੇ ਉੱਥੇ ਉਹ ਪ੍ਰੋਵਾਈਡ ਕੀਤੀ ਜਾਂਦੀ ਆ, ਜਿੱਥੇ ਸਾਈਫਨ ਹੈ ਜਾਂ ਕ੍ਰਾਸ ਡਰੇਨ ਵਰਕਸ ਹੈ ਉਹ ਦਿੱਤਾ ਜਾਂਦਾ, ਉਹ ਹੋਏਗਾ। ਤੇ ਜੇ ਕੋਈ ਗਲਤ ਕਰਦਾ ਤਾਂ ਉਹ ਰਿਸਪੌਂਸੀਬਲ ਉਹਦੇ ਲਈ। ਇਦਾਂ ਤਾਂ ਨਹੀਂ ਵੀ ਇਨਫਲੂਐਂਸ ਨਾਲ ਥਾਣੇਦਾਰ ਨੇ ਇੱਥੇ ਕਹਿਤਾ ਇੱਥੇ ਲਾ ਦੋ, ਉਹਨੇ ਕਹਿਤਾ ਪਰ ਸਾਰੇ ਸੂਬੇ ਦੱਬਲੇ ਛੁੱਟੇ ਤਾਂ ਹੈ ਨਹੀਂ ਮੁੜ ਕੇ ਨਾ। ਚਲੋ ਵੇਖਾ ਦੋ ਇਹ ਵੀ ਹੈਗਾ, ਪਰ ਬੇਸਿਕਲੀ ਇਹ ਜਿਹੜੀ ਪ੍ਰੋਬਲਮ, ਜਿਹੜੀ ਸਮੱਸਿਆ ਹੈ ਨਾ, ਇਹ ਜ਼ਿਆਦਾ ਨੈਸ਼ਨਲ ਲੈਵਲ ਦੇ ਪ੍ਰੋਜੈਕਟਸ ਦੇ ਵਿੱਚ ਨਹੀਂ ਹੈ, ਇਹ ਸਾਡੀਆਂ ਲਿੰਕ ਰੋਡ ਦੇ ਵਿੱਚ ਹੈ। ਵੀ ਉੱਥੇ ਅਸੀਂ ਨੈਚੁਰਲ ਫਲੋ ਜਿਹੜਾ ਹੈ ਉਹਨੂੰ ਉੱਥੇ ਬੰਦਾ ਦੇਖ ਕੇ ਵੀ ਕਿੱਥੇ ਪੁਲੀ ਲਾਉਣੀ ਆ, ਉਹ ਬੰਦਾ ਦੇਖ ਕੇ ਲੱਗਦੀ ਹੈ, ਕਿਉਂਕਿ ਜਿੱਥੇ ਪੁਲੀ ਲੱਗੀ ਉਹਦੇ ਸਾਹਮਣੇ ਜਿਹਦਾ ਖੇਤ ਆ ਗਿਆ, ਉਹਨੂੰ ਨੁਕਸਾਨ ਤਾਂ ਥੋੜਾ ਬਹੁਤਾ ਝੱਲਣਾ ਹੀ ਪੈਂਦਾ, ਤੇ ਉਹ ਹਰ ਬੰਦਾ ਚਾਹੁੰਦਾ ਮੇਰਾ ਨੁਕਸਾਨ ਨਾ ਹੋਵੇ, ਤੇ ਉਹ ਪੁਲੀ ਇੱਥੋਂ ਦੀ ਵੇ 2 ਕਿਲੋਮੀਟਰ ਤਾਂ ਕਰਦੇ ਨੇ, ਉਹ ਫਿਰ ਸਾਰੀ ਡਾਫ ਲੱਗ ਕੇ ਜਾਂ ਤਾਂ ਨਹਿਰ ਦੇ ਉੱਤੋਂ, ਸੜਕ ਦੇ ਉੱਤੋਂ ਦੀ ਪਾਣੀ ਚੱਲਦਾ ਹੈ, ਤੇ ਜਾਂ ਫਿਰ ਜਿੱਥੇ ਪੁਲੀ ਲੱਗੀ ਹੈ ਉਹਦੇ ਲਈ ਜਾਂਦਾ, ਪਰ ਉਹ ਨੁਕਸਾਨ ਫਿਰ ਵੀ ਹੋ ਜਾਂਦਾ। ਉਹਨਾਂ ਏਰੀਆ 'ਚ ਬਿਲਕੁਲ ਠੀਕ ਦੱਸਿਆ ਇਹਨਾਂ ਨੇ, ਜਿੱਥੇ ਸ਼ੀਟ ਫਲੋ ਆਉਂਦਾ, ਵੱਲ ਫਲੋ ਇੱਕ ਬਰਾਬਰ ਤਹਿ 'ਚ ਵਿਛ ਕੇ ਆਉਂਦਾ, ਉਹ ਜੇ ਹੁਣ ਮੂਹਰੇ ਸੜਕ ਬਣ ਗਏ, ਉਹ ਸਾਰੀ ਸੜਕ ਨੇ ਫਲੋ ਰੋਕ ਲੈਣਾ, ਪੁਲੀ ਜਿੱਥੇ ਲੱਗ ਗਈ ਉੱਥੋਂ ਲੰਘ ਗਿਆ, ਬਾਕੀ ਜਾ ਰੁਕ ਗਿਆ। ਸੋ ਉੱਥੇ ਜਿਹੜਾ ਰੋਡ ਨੈਟਵਰਕ ਜਿਹੜਾ ਲੋਕਲ ਹੈਗਾ ਨਾ, ਜਿਹੜਾ ਰੂਰਲ ਰੋਡ ਦਾ, ਉੱਥੇ ਜ਼ਰੂਰ ਇੱਦਾਂ ਦੀਆਂ ਪ੍ਰੋਬਲਮ ਹੈਗੀਆਂ। ਉੱਥੇ ਜਿੱਥੇ ਕਿਤੇ ਪ੍ਰੋਬਲਮ ਹੈਗੀਆਂ, ਉੱਥੇ ਜਿਹੜਾ ਵੀ ਕੰਸਰਨ ਡਿਪਾਰਟਮੈਂਟ ਜਾਂ B&R ਜਾਂ ਮੰਡੀ ਬੋਰਡ ਜਿਹਨੇ ਰੋਡ ਨੈਟਵਰਕ ਬਣਾਇਆ, ਦੇ ਸ਼ੁੱਡ ਪ੍ਰੋਵਾਈਡ ਦਾ ਪ੍ਰੋਪਰ ਪਾਸੇਜ ਟੂ ਦਾ ਵਾਟਰ, ਜਿਹੜਾ ਕਿ ਸ਼ੀਟ ਫਲੋ ਜਦੋਂ ਪਹਿਲਾਂ ਲੰਘ ਰਿਹਾ ਸੀ ਉਹ ਲੰਘਦਾ ਰਹੇ। ਮੈਕਸਿਮਮ ਜਿਹੜੇ ਆ ਅੰਡਰ ਦੀ ਰੋਡ ਕ੍ਰਾਸ ਵਰਕਸ ਬਣਨੇ ਚਾਹੀਦੇ। ਅਸਲ 'ਚ ਰੌਲਾ ਮੈਂ ਤਾਂ ਇਹ ਕਹਿ ਰਿਹਾ ਕਿ ਜੇ ਰੌਲਾ ਕਈ ਥਾਵਾਂ ਤੇ ਹੁੰਦਾ ਨਾ, ਉੱਠਦਾ ਹੈ ਬੜੀ ਵਾਰ, ਉੱਠਦਾ ਤਾਂ ਜਿਵੇਂ ਲੈਂਡ ਐਕੁਜੀਸ਼ਨ ਚ ਆਇਆ, ਰੋਡ ਦੇ ਵਿੱਚ ਹੈਗਾ ਲੈਂਡ ਐਕੁਜੀਸ਼ਨ ਚ ਆਇਆ ਕਿ ਲੈਂਡ ਐਕੁਜੀਸ਼ਨ ਐਕਟ 2013 ਬਣ ਗਿਆ, ਪਹਿਲਾਂ ਅਸੀਂ ਬ੍ਰਿਟਿਸ਼ਰਜ਼ ਦਾ ਲੈਂਦੇ ਸੀ ਬਹੁਤ ਦੇਰ ਬਾਅਦ, ਉਹਨੇ ਕੁਝ ਗੱਲਾਂ ਨਵੀਆਂ ਕੀਤੀਆਂ, ਜਿਹਦੇ ਨਾਲ ਜਿਹਨੇ ਐਕਵਾਇਰ ਕਰਨੀਆਂ ਉਹਨੂੰ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਤੇ ਦੂਜੇ ਨੂੰ ਅਜੇ ਹੁਣ ਉਨੀ ਨਹੀਂ ਹੈ ਨਾ। ਉਹਦਾ ਕਾਰਨ ਹੈ, ਉਹਨੇ ਕਹਿਤਾ ਜੇ ਤੁਸੀਂ ਲੈਣੀ ਹੈ ਭਾਈ, ਪਿੰਡ ਦੇ ਗ੍ਰਾਮ ਸਭਾ ਦੇ 70% ਬੰਦਿਆਂ ਦੀ ਸਹਿਮਤੀ ਲਓ, ਤੇ ਜੇ ਪ੍ਰਾਈਵੇਟ ਨੂੰ ਦੇਣੀ ਹੈ ਤਾਂ 80% ਦੀ ਲੋਕਾਂ ਨੂੰ। ਇਸੇ ਤਰ੍ਹਾਂ ਜਿਹੜੀ ਜਵਾਬਦੇਹੀ ਹੁੰਦੀ ਆ, ਆਪਾਂ ਕਹਿੰਦੇ ਪਾਰਦਰਸ਼ੀ ਤੇ ਜਵਾਬਦੇਹੀ, ਜਿਹੜੇ ਪਿੰਡ ਦੇ ਵਿੱਚ ਨੇੜੇ ਦੀ ਇਹ ਲੱਗਦੀ ਹੈ, ਜੇ ਉਹ ਲੋਕਾਂ ਦੀ ਰਾਏ ਲੈ ਲਈ ਜਾਏ, ਉੱਥੇ ਵਨ ਸਾਈਡਡਨੈਸ ਨਹੀਂ ਚੱਲਦਾ, ਸੰਗਤ ਜਿਵੇਂ ਆਪਾਂ ਕਹਿੰਦੇ ਨਾ ਕਿਸੇ ਤੋਂ ਗਲਤ ਨਹੀਂ। ਔਰ ਜੇ ਸਾਹਮਣੇ ਰੱਖ ਕੇ ਆਟੇ ਦਾਲੇ ਦਾ ਕਾਰਡ ਬਣਾਉਣਾ ਹੋਵੇ ਨਾ, ਜਿਹੜਾ ਕਾਰ ਚ ਆਉਂਦਾ ਆਪੀ ਦੂਰ ਚਲਾ ਜਾਊਗਾ, ਅਗਲਾ ਕਹਿੰਦਾ ਤੁਸੀਂ ਸੰਗ ਨਹੀਂ ਆਉਂਦੀ ਤਾਂ ਕੀ ਕਰਨਾ। ਜਿਹੜੀ ਇੱਕ ਜਵਾਬਦੇਹੀ ਹੈ, ਪਬਲਿਕ ਜਵਾਬਦੇਹੀ, ਨੀਚੇ ਪ੍ਰਤੀ ਜਵਾਬਦੇਹੀ, ਲੋਕਾਂ ਪ੍ਰਤੀ ਜਵਾਬਦੇਹੀ ਦਾ ਜਿਹੜਾ ਕੁਐਸਚਨ ਹੈ, ਉਹ ਸ਼ਾਇਦ ਸਾਡੇ ਪੰਜਾਬ 'ਚ ਫਾੜੀ ਹੈ। 73rd ਅਮੈਂਡਮੈਂਟ, 74th ਅਮੈਂਡਮੈਂਟ, ਅਸੀਂ ਸਭ ਤੋਂ 18ਵੇਂ ਨੰਬਰ ਤੇ ਚਲੇ ਗਏ ਸਾਰੇ ਕੰਟਰੀ 'ਚ, ਜਿਹੜੀ ਪੋਲੀਟੀਕਲ ਜਵਾਬਦੇਹੀ ਦਾ। ਸਿੱਧੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਜਿਹੜਾ ਐਗਰੀਕਲਚਰ ਦਾ ਕੁਐਸਚਨ ਹੈ, ਇੱਕ ਵਾਰ ਬਹੁਤ ਬੜੇ ਪੱਧਰ ਤੇ, ਮਤਲਬ ਉਹ ਤਾਂ ਗੁਰਦਾਵਰੀ 'ਚ ਜਾਂ ਬਾਕੀ ਪਤਾ ਲੱਗੂ ਕਿੰਨੇ ਏਕੜ ਫਸਲ ਨੂੰ ਨੁਕਸਾਨ ਹੋਇਆ, ਪਰ ਕਾਫੀ ਵੱਡਾ ਏਰੀਆ ਜਿੱਥੇ ਜਿੱਥੇ ਝੋਨਾ ਲੱਗਿਆ ਸੀ ਉਹ ਵੀ ਹੁਣ ਨਹੀਂ ਰਹੂਗਾ, ਤੇ ਬਾਕੀ ਦੀਆਂ ਚੀਜ਼ਾਂ ਨੇ। ਤੇ ਹੁਣ ਇਮੀਡੀਏਟ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਲੋਕਾਂ ਨੂੰ ਤਾਂ ਨਾ ਕੋਈ ਹੋਰ ਫਸਲ ਬੀਜ ਲਓ ਜਾਂ ਹੋਰ ਕੀ ਕਰ ਲਓ ਜਾਂ ਕੀ ਨਹੀਂ ਕਰ ਲਓ, ਲੋਕਾਂ ਨੂੰ ਕਰਨਗੇ ਹੁਣ, ਜਿਨ੍ਹਾਂ ਦੇ ਤਾਂ ਇਮੀਡੀਏਟ ਹੁਣ ਪਾਣੀ ਨੀਚੇ ਚਲਾ ਜਾਊਗਾ ਉਹ ਤਾਂ ਝੋਨਾ ਹੀ ਲਾਉਣਗੇ, ਇੱਕ ਵਾਰ ਟਰਾਈ ਕਰਨਗੇ ਮੇਰਾ ਖਿਆਲ ਹੈ। ਨਹੀਂ, ਮੇਰਾ ਖਿਆਲ ਹੈ ਵੀ ਜਿਹੜੇ ਪਰ ਪਨੀਰੀ ਹੈਗੀ ਕਿ ਨਹੀਂ ਹੈਗੀ, ਹੁਣ ਇਹ ਵੀ ਇੱਕ ਕ੍ਰਾਈਸਿਸ ਹੈ। ਨਹੀਂ ਹੈ, ਦੇਖੋ ਉਦੋਂ ਵੀ ਜਦੋਂ ਆਏ ਸੀ ਆਪਣੇ 93 ਦੇ ਫਲੱਡ, ਉਦੋਂ ਵੀ ਦਿੱਕਤ ਆਈ ਸੀ, ਉਦੋਂ ਬਾਅਦ ਜਦੋਂ ਆਏ ਨੇ ਉਦੋਂ ਵੀ ਸਾਨੂੰ ਪ੍ਰੋਬਲਮ ਆਈ ਸੀ, ਜਦੋਂ ਘੱਗਰ ਦੇ ਵਿੱਚ ਫਲੱਡਿੰਗ ਆਈ ਹੈ, ਸਾਰਾ ਏਰੀਆ ਪਟਿਆਲਾ ਸੰਗਰੂਰ ਦਾ ਇਹਦੇ ਡੁੱਬ ਗਿਆ ਸੀ। ਵੀ ਉਹਦੇ 'ਚ ਠੀਕ ਹੈ, ਹਾਲੇ ਤਾਂ ਇਹ ਹੈ ਵੀ ਝੋਨਾ ਜਿਹੜਾ ਹੈ ਇੱਕ ਇਸ ਤਰ੍ਹਾਂ ਦੀ ਫਸਲ ਹੈ ਵੀ ਜੇ 10 ਦਿਨਾਂ 'ਚ ਵੀ ਪਾਣੀ ਨਿਕਲ ਗਿਆ, ਜੇ 10 ਦਿਨਾਂ ਬਾਅਦ ਵੀ ਪੱਤੇ ਦਾ ਉੱਪਰਲਾ ਪੱਤਾ ਜਿਹੜਾ ਇਹਦਾ ਥੋੜਾ ਨੰਗਾ ਹੋ ਗਿਆ, ਇਹ ਮਰਦਾ ਨਹੀਂ, ਤੇ ਇਹ ਚੱਲ ਪਊਗਾ। ਤੇ ਮੈਨੂੰ ਐਂ ਲੱਗਦਾ ਵੀ 10 ਦਿਨਾਂ 'ਚ ਪਾਣੀ ਨਿਕਲ ਜਾਊਗਾ, ਜੇ 2 ਦਿਨ ਮੀਂਹ ਹੋਰ ਨਾ ਪਵੇ ਤਾਂ ਇਹ ਹੁਣ ਵਾਲਾ ਪਾਣੀ ਚਲੇ ਜਾਊਗਾ। ਉਦੋਂ ਬਾਅਦ ਜੇ ਮੀਂਹ ਪਊਗਾ ਵੀ ਦੁਬਾਰਾ, ਤਾਂ ਉਹਦੇ 'ਚ ਖੇਤ ਦੇ ਵਿੱਚ ਉਹਨੂੰ ਝੋਨੇ ਨੂੰ ਨੁਕਸਾਨ ਨਹੀਂ ਹੋਏਗਾ। ਦੂਜਾ ਇਹ ਹੈ ਵੀ ਲੋਕਾਂ ਨੇ ਜਿਹੜਾ ਹੈ ਪਨੀਰੀ ਆਪਦੀ ਹੁਣ ਲਾ ਲੈਣਗੇ, ਜੇ ਹੁਣ ਵੀ ਲਾ ਲੈਣਗੇ, ਜੇ ਸਾਡੇ ਕੁਝ ਵੈਰਾਈਟੀਜ਼ ਨੇ 1509 ਵਰਗੀਆਂ ਜਿਹੜੀਆਂ ਕਿ ਹਾਲੇ ਲੇਟ ਵੀ ਲੱਗ ਸਕਦੀਆਂ ਨੇ, ਕੁਝ ਕਰਨਾਲ ਵਾਲਿਆਂ ਨੇ 1-2 ਵੈਰਾਈਟੀਜ਼ ਹਰਿਆਣੇ ਵਾਲਿਆਂ ਨੇ ਵੀ ਕੱਢੀਆਂ ਨੇ, ਜਿਹੜੀਆਂ ਕਿ ਕਾਫੀ ਲੇਟ ਤੱਕ। ਫਿਰ ਬਾਸਮਤੀ ਹੈ ਸਾਡੇ ਕੋਲੇ, ਜਿਹਦੀ ਪਨੀਰੀ ਹਾਲੇ ਲੋਕਾਂ ਨੇ ਹੁਣ ਬੀਜੀ ਹੋਈ ਹੈ ਤੇ ਲਾਉਣੀ ਹੈ, 15 ਜੁਲਾਈ ਤੋਂ ਲਾਉਣੀ ਸ਼ੁਰੂ ਕਰਨੀ ਹੈ। ਆਲਟਰਨੇਟਿਵਸ ਕਿਸਾਨਾਂ ਕੋਲੇ ਹਾਲੇ ਹੈਗੇ ਨੇ, ਇਹਨੂੰ ਲਾਉਣ ਦੇ ਅਜੇ ਟਾਈਮ ਹੈਗਾ। ਤਾਂ ਇਸ ਲਈ
ਠੀਕ ਹੈ, ਮੈਨੂੰ ਇਹ ਵੀ ਲੱਗਦਾ ਫਸਲ ਨਾਲ ਦਾ ਨੁਕਸਾਨ ਖਾਸ ਨਹੀਂ ਹੋਣਾ ਵੀ ਉਹਦੇ ਜਿਹੜਾ ਨੁਕਸਾਨ ਮਾੜਾ ਮੋਟਾ ਜਿਹੜਾ ਹੋਊਗਾ ਉਹਦੀ ਕਿਸੇ ਨੇ ਕੰਪਨਸੇਸ਼ਨ ਵੀ ਨਹੀਂ ਦੇਣੀ, ਕਿਉਂਕਿ ਜੋ ਗਰਦੌਰੀ ਹੋਊਗੀ ਫਸਲ ਤਾਂ ਕਿਹੜੀ ਹੋਊਗੀ, ਝੋਨਾ ਜਿੱਥੇ ਮਰ ਗਿਆ ਦੁਬਾਰਾ ਲੱਗ ਜਾਊਗਾ। ਗਰਦੌਰੀ ਤਾਂ ਉਦੋਂ ਬਾਅਦ ਵੀ ਤਾਂ ਹੀ ਉਹ ਥੋੜਾ ਬਹੁਤ ਇਹਨੂੰ ਐਲਾਨੋ ਕਿ ਕੋਈ ਇਹ ਹੜ੍ਹ ਆ ਗਏ ਨੇ ਐਡੇ ਵੱਡੇ, ਜਿੱਦਾਂ ਆਫੀਸ਼ੀਅਲੀ ਮੇਰੇ ਖਿਆਲ ਨੋਟੀਫਿਕੇਸ਼ਨ ਹੀ ਹੋਣਾ ਡਿਜ਼ਾਸਟਰ ਦਾ, ਤਾਂ ਜੇ ਕੁਛ ਏਰੀਆ 'ਚ ਕਰਨਾ ਹੋਵੇ ਤੇ ਉਹ ਤਾਂ ਐਕਚੁਅਲੀ ਜਿਹੜਾ ਦੇਖੋ ਜਿਹੜੀ ਅੱਜ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਵੀ ਪਿਛਲੇ 2 ਦਿਨ ਮੀਂਹ ਪਿਆ, ਅੱਜ ਤਾਂ ਸਿਚੁਏਸ਼ਨ ਹਲੇ ਸਾਰੀ ਉਹ ਡੈਮੇਜ ਕੰਟਰੋਲ ਤੇ ਹੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ। ਕਾਨੂੰਨੀਆਂ ਦੇ ਹੁਕਮ ਜਿਹੜੇ ਨੇ ਹੋ ਜਾਣਗੇ ਤੇ ਮਾੜਾ ਮੋਟਾ ਜਿਹੜਾ ਲੋਕਾਂ ਨੂੰ ਜਿਹੜੇ ਜਿੱਥੇ ਜਿੱਥੇ ਸਿਲਟਿੰਗ ਹੋ ਗਈ, ਜਿਵੇਂ ਹੁਣ ਸ਼ਾਹਕੋਟ ਨਕੋਦਰਾ ਹੈ ਜਾਂ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਰੇਤਾ ਹੀ ਚੜ ਗਿਆ ਤੁਹਾਡੇ ਖੇਤ ਦੇ ਉੱਤੇ, ਜਿੱਥੇ ਜਵਾਦੀ ਹੋਇਆ, ਪਹਿਲਾਂ ਤਾਂ ਉੱਥੇ ਸਾਰਾ ਕੁਝ ਹੋਏਗਾ। ਇਸ ਵੇਲੇ ਤਾਂ ਲੋਕਾਂ ਨੂੰ ਰਿਲੀਫ ਪਹੁੰਚਾਉਣ ਦੀ ਗੱਲ, ਜਿਹੜੇ ਲੋਕੀ ਫਲੱਡ 'ਚ ਟਰੈਪ ਹੋਏ ਵਾ, ਜਿੱਥੇ ਕੋਈ ਖਾਣਾ ਪਾਣੀ ਤੋਂ ਮੁਸ਼ਕਲ ਹੈ, ਪਾਣੀ ਨਹੀਂ ਪਹੁੰਚਿਆ, ਪਾਣੀ ਨੂੰ ਕੱਢਣਾ ਉਹਨਾਂ ਲੋਕਾਂ ਨੂੰ ਸੇਫ ਜਗ੍ਹਾ ਤੇ ਲਿਆਉਣਾ, ਉਹਨਾਂ ਨੂੰ ਫੂਡ ਦੇਣਾ, ਐਵਰੀਥਿੰਗ ਰਿਲੀਫ ਮੇਜਰ ਐਟ ਪ੍ਰੈਜ਼ੈਂਟ ਜ਼ਰੂਰੀ ਹੈ, ਬਾਕੀ ਅਸੈਸਮੈਂਟ ਬਾਅਦ 'ਚ। ਖੈਰ ਖਾਣੇ ਪੀਣੇ 'ਚ ਤਾਂ ਪੰਜਾਬ ਦਾ ਦੂਜੇ ਥਾਵਾਂ ਤੇ ਵੀ ਚਲੇ ਜਾਂਦੇ ਨੇ, ਇੱਥੇ ਵੀ ਗੁਆਂਢੀ ਲੋਕ ਹੀ ਦੇਣਾ, ਤੇ ਐਸਜੀਪੀਸੀ ਨੇ ਵੀ ਪੂਰਾ ਆਪਣੇ ਉਹਦੇ 'ਚ ਦਿੱਤਾ ਹੈ ਕਿ ਸਾਰੇ ਕਿਤੋਂ ਜਿੱਥੋਂ ਵੀ ਮਰਜ਼ੀ ਤੁਸੀਂ ਲੰਗਰ ਦਾ ਜਾਂ ਬਾਕੀ ਦੇ ਪ੍ਰਬੰਧ ਨੇ, ਮਤਲਬ ਉਹ ਸੋਸ਼ਲ ਜਾਨ ਤਾਂ ਪੰਜਾਬ 'ਚ ਹੈ, ਇੱਕ ਦੂਜੇ ਨੂੰ ਲੈ ਕੇ ਲੋਕਾਂ ਸ਼ਾਇਦ ਗਵਰਨਮੈਂਟ ਤੋਂ ਜ਼ਿਆਦਾ ਸੁਸਾਇਟੀ ਬਚੀ ਹੋ ਤਾਂ ਹੈ, ਕਿਉਂਕਿ ਇਹਦੇ 'ਚ ਇਨਬਿਲਟ ਇੰਨਾ ਕੁ ਜ਼ਰੂਰ ਹੈ, 4 ਬੰਦੇ ਇਕੱਠੇ ਹੋ ਕੇ ਚਲੋ ਯਾਰ ਉੱਥੇ ਬੰਦੇ ਭੁੱਖੇ ਨਾ ਰਹਿਣ ਜਾਂ ਇਹ ਨਾ ਹੋਵੇ, ਉਹ ਸਾਰਾ ਕੁਝ ਤਾਂ ਚੱਲਦਾ ਹੀ ਹੈ। ਔਰ ਇਹਦੇ 'ਚ ਜਿਹੜਾ ਇੱਕ ਗੱਲ ਹੁੰਦੀ ਹੈ ਜਦੋਂ ਕ੍ਰਾਈਸਿਸ ਹੁੰਦਾ ਬਹੁਤ ਜ਼ਿਆਦਾ ਬਚਾਉਣ ਦਾ ਮਾਮਲਾ ਹੁੰਦਾ, ਉਦੋਂ ਜਿਹੜੇ ਲੀਡਰਸ਼ਿਪ ਦੇ ਦੌਰੇ ਹੁੰਦੇ ਨੇ ਜਾਂ ਵੱਡੇ ਦੌਰੇ, ਇਹ ਹਾਰਡਲ ਕ੍ਰੀਏਟ ਕਰਦੇ ਨੇ ਜਾਂ ਇਹ ਹੱਲਾਸ਼ੇਰੀ ਦੇਣ ਲਈ ਮੈਨੂੰ ਤਾਂ ਲੱਗਦਾ ਹੱਲਾਸ਼ੇਰੀ ਤਾਂ ਖੈਰ ਦੂਰੋਂ ਬੈਠ ਕੇ ਜ਼ਿਆਦਾ ਦਿੱਤੀ ਜਾਂਦੀ ਨੇ, ਵੀ ਆਪਾਂ ਤਾਂ ਮੈਨੂੰ ਦੱਸਿਓ ਲੀਡਰ ਜਾਂਦਾ ਤਾਂ ਸਾਰੇ ਅਫਸਰ ਉਹਦੇ ਨਾਲ ਦੇ ਕਰਿੰਦੇ ਵੀ ਹੋਰ ਨਾਲ ਫੋਟੋ ਖਿਚਾਉਣ ਵਾਲੇ ਵੀ 3500 ਚਲਾ ਜਾਂਦਾ, ਮੈਨੂੰ ਤਾਂ ਲੱਗਦਾ ਉੱਥੇ ਕੰਮ ਉਹ ਰੋਕ ਲੈਂਦੇ ਨੇ ਸਗੋਂ ਜਿਹੜੇ ਬੰਦੇ, ਤੁਹਾਡੀ ਗੱਲ ਠੀਕ ਜਿੰਨਾ ਚਿਰ ਉਹ ਖੜਾ ਹੁੰਦਾ। ਹਾਂ, ਜਦੋਂ ਇਦਾਂ ਦੀ ਸਿਚੁਏਸ਼ਨ ਹੁਣ ਹੈ ਜਿੱਥੇ ਫਲੱਡ ਰਿਲੀਫ ਦੀ ਬਹੁਤ ਜ਼ਿਆਦਾ ਲੋੜ ਹੈ, ਉੱਥੇ ਜਿਹੜੇ ਪੋਲੀਟੀਸ਼ੀਅਨਾਂ ਦੇ ਦੌਰੇ ਘੱਟ ਤੋਂ ਘੱਟ ਚਾਹੀਦੇ ਆ, ਉੱਥੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਫੀਸਰ ਹੈ ਜਾਂ ਹੋਰ NGOs ਹੈ ਉਹ ਆਲਰੇਡੀ ਕੰਸਨਟਰੇਟ ਕਰ ਰਹੇ ਆ, ਔਰ ਦੇ ਸ਼ੁੱਡ ਡਿਵੋਟ ਮੋਰ ਟਾਈਮ ਟੂ ਦੀ ਪ੍ਰੋਟੈਕਸ਼ਨ ਫਲੱਡ ਜਾਂ ਲੋਕਾਂ ਨੂੰ ਰਿਲੀਫ ਦੇਣ ਦੇ ਕੰਮਾਂ 'ਚ ਜਿਹੜੀ ਹੋਰ ਤੇਜ਼ੀ ਲਿਆ ਸਕਣ। ਆ ਪੋਲੀਟੀਸ਼ੀਅਨਾਂ ਦੇ ਦੌਰੇ 'ਚ ਘੱਟ ਜਾਣ ਤਾਂ ਬੈਟਰ ਹੈ ਕੁਛ ਦਿਨਾਂ ਲਈ, ਬਿਕੋਜ਼ ਇਹਦੇ ਨਾਲ ਕੋਈ ਫੀਲਡ 'ਤੇ ਹੈਲਪ ਨਹੀਂ ਹੁੰਦੀ, ਰਾਦਰ ਅਫੀਸਰਾਂ ਨੂੰ ਜਿਹੜੀ ਕੋਈ ਕੋਈ ਫੰਡ ਦੀ ਲੋੜ ਹੈ, ਕਿਸੇ ਹੋਰ ਪਿੱਛੋਂ ਕੋਈ ਸਪਲਾਈ ਦੀ ਲੋੜ ਹੈ, ਕੋਈ ਮਟੀਰੀਅਲ ਦੀ ਲੋੜ ਆ, ਉਹ 'ਚ ਹੈਲਪ ਕਰਨ, ਵੀ ਉਹਨਾਂ ਨੂੰ ਟਾਈਮਲੀ ਮੌਕੇ 'ਤੇ ਮਟੀਰੀਅਲ ਪਹੁੰਚਾਉਣ, ਕੋਈ ਸੈਂਡ ਬੈਗ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਲੇਬਰ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਕੋਈ ਇਕਵਿਪਮੈਂਟ ਦੀ ਲੋੜ ਹੈ, ਉਹ ਮੌਕੇ 'ਤੇ ਕੋਈ ਮਸ਼ੀਨਰੀ ਦੀ ਲੋੜ ਹੈ, ਉਹ ਪਹੁੰਚਾਉਣ ਤਾਂ ਕਿ ਜਿਹੜਾ ਰਿਲੀਫ ਮੇਜਰ ਚੱਲ ਰਿਹਾ ਉਹ ਹੋਰ ਤੇਜ਼ ਹੋ ਸਕੇ, ਨਾ ਕਿ ਉਹ ਆਪ ਉੱਥੇ ਜਾ ਕੇ ਪਬਲਿਕ 'ਚ ਖੜਨ, ਉਹਦੇ ਨਾਲੋਂ ਬੈਟਰ ਹੈ ਉਹਦੇ ਨਾਲ ਧਿਆਨ ਡਾਇਵਰਟ ਹੁੰਦਾ। ਹਾਂ, ਡਾਇਵਰਟ ਹੁੰਦਾ ਜੀ, ਯੂ ਆਰ ਰਾਈਟ। ਔਰ ਇਸ ਪਰ ਉਹਦੇ 'ਚ ਨਾਲ ਇਹ ਵੀ ਹੈ ਨਾ, ਫਿਰ ਉਹ ਥੋੜਾ ਜਿਹਾ ਫਿਜ਼ੀਕਲ ਪ੍ਰੈਜ਼ੈਂਸ ਵੀ ਤਾਂ ਹੋਣੀ ਚਾਹੀਦੀ ਹੈ, ਵੀ ਅਸੀਂ ਦੁੱਖ ਵੇਲੇ ਤੁਹਾਡੇ ਵਿੱਚ ਆਏ। ਨਹੀਂ, ਰੌਲਾ ਸਾਡੀ ਪੋਲਿਟਿਕਸ ਟਿਲਟ ਉੱਥੇ ਤੇ ਕਰ ਗਈ, ਸਾਡੀ ਪੋਲਿਟਿਕਸ ਤਾਂ ਜੰਮੇ ਮਰੇ ਭੋਗ ਤੇ ਜਾਓ ਤਾਂ ਬਸ, ਹੋਰ ਦੂਜੀ ਪਾਲਿਸੀ ਦੇ ਤਾਂ ਰਹੇ ਨਹੀਂ। ਔਰ ਜੇਕਰ ਕਹਿੰਦੇ ਜੰਮੇ ਤੇ ਨਹੀਂ ਗਏ ਬੰਦਾ ਨਾਰਾਜ਼ ਹੋ ਜਾਂਦਾ, ਮਰੇ ਤੇ ਨਹੀਂ ਗਏ ਬੰਦਾ, ਇਹਦਾ ਮਤਲਬ MLA MP ਮੰਤਰੀ ਉਹਨੂੰ ਪਾਰਟੀ ਕੋਈ ਦੱਸ ਰਿਹਾ ਸੀ, ਮੇਰੇ ਯਾਦ ਨਹੀਂ ਰਿਹਾ, ਉਹ ਵੀ ਅਸੀਂ ਤਾਂ ਹੁਣ ਉਹ ਬਣ ਗਏ, ਕੋਈ MLA ਦੱਸ ਰਿਹਾ ਸੀ ਵੀ ਮੈਰਿਜ ਭੋਗ ਤੇ ਇੱਕ ਹੋਰ ਸ਼ਬਦ ਸੀ ਵੀ ਉਹ ਅਟੈਂਡ ਕਰਨ ਵਾਲੇ ਰਹਿ ਗਏ। ਤੇ ਦੇਖੋ ਜਿਹੜਾ ਜੋ ਸਿਸਟਮ ਬਣਿਆ ਇਹਨੂੰ ਤਾਂ ਆਪਾਂ ਇਹਦੇ ਬਾਰੇ ਕੀ ਕਹਿਣਾ, ਹਰ ਇੱਕ ਪੋਲੀਟੀਸ਼ੀਅਨ ਵੀ ਸਿਆਣੇ ਆ, ਬਾਕੀ ਹੋਰ ਪਬਲਿਕ ਵੀ ਸਿਆਣੀ ਆ, ਵੀ ਕੋਈ ਕਿਉਂ ਆਉਂਦਾ, ਕਿਵੇਂ ਆਉਂਦਾ, ਕਿਸ ਮੋਟਿਵ ਨਾਲ ਦਾ, ਉਹ ਅਲੱਗ ਹੈ। ਬਟ ਇਸ ਟਾਈਮ ਦੇ ਵਿੱਚ ਜਿੰਨੇ ਪੋਲੀਟੀਸ਼ੀਅਨ ਹੈ ਜਾਂ ਹਰ ਪਲੇਸ ਦੇ ਹੋਰ ਬੰਦੇ ਨੇ, ਉਹਨਾਂ ਨੂੰ ਫੀਲਡ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਹੈ ਉਹਨੂੰ ਵਾਚ ਕਰਕੇ ਉਹ ਉੱਥੇ ਪਹੁੰਚਾਉਣ, ਉਹਦੇ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਆ ਉੱਥੇ ਮੌਕੇ 'ਤੇ ਮੁਹੱਈਆ ਕਰਨ। ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ, ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦੇਣ, ਉਹਨਾਂ ਨੂੰ ਹੱਲਾਸ਼ੇਰੀ ਦੇਣ, ਨਾ ਕਿ ਉੱਥੇ ਜਾ ਕੇ ਉਹਨਾਂ ਦਾ ਟਾਈਮ ਵੇਸਟ ਕਰਨ। ਮੇਰਾ ਤਾਂ ਇਹ ਸਾਰਾ ਬਿਲਕੁਲ। ਅੱਜ ਜਿਹੜਾ ਇਹ ਸਾਰਾ ਮਾਹੌਲ ਹੈ, ਇਕੱਲਾ ਇਸੇ 'ਚ ਨਹੀਂ, ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਵੀ ਆਪਾਂ ਦੇਖਦੇ ਹਾਂ, ਸਾਰੇ ਦੇਸ਼ ਦੇ ਵਿੱਚ ਹੀ ਲੀਡਰ ਜਾਂਦੇ ਨੇ, ਮੀਡੀਆ ਉਹਨਾਂ ਦੇ ਇਰਦ ਗਿਰਦ ਇਕੱਠਾ ਹੋ ਜਾਂਦਾ ਹੈ, ਬਾਕੀ ਚੀਜ਼ਾਂ ਉਹਨਾਂ ਦੇ ਆਲੇ ਦੁਆਲੇ ਹੋ ਜਾਂਦੀਆਂ ਨੇ। ਬਿਨਾਂ ਸ਼ੱਕ DC ਤੋਂ ਲੈ ਕੇ ਬਾਕੀ ਨੇ ਤਾਂ ਜਾਣਾ ਹੀ ਹੁੰਦਾ, ਫਿਰ ਬਰੀਫ ਕਰਦਾ, ਕਿਉਂਕਿ ਜਦੋਂ ਕੋਈ ਬਾਸ ਆਉਂਦਾ ਤਾਂ ਉਹ ਸਾਰੀਆਂ ਚੀਜ਼ਾਂ ਨੇ, ਬਲਕਿ ਪੋਲੀਟੀਸ਼ੀਅਨ ਉਦੋਂ ਬਾਅਦ ਜ਼ਿਆਦਾ ਕੋਆਰਡੀਨੇਟ ਕਰ ਸਕਦੇ ਨੇ। ਜਿਵੇਂ ਮੈਨੂੰ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਅਸੀਂ ਸਾਰੇ ਗੁਰਦੁਆਰਾ ਮੈਨੇਜਰਾਂ ਨੂੰ ਕਿਹਾ, ਸਾਡੇ ਸੈਕਟਰੀਆਂ ਨੂੰ ਕਿਹਾ ਕਿ ਤੁਸੀਂ ਚੀਫ ਸੈਕਟਰੀ ਨਾਲ ਗੱਲ ਕਰੋ, DC ਨਾਲ, ਤੁਹਾਨੂੰ ਕੀ ਲੋੜ ਹੈ, ਤੁਹਾਨੂੰ ਜ਼ਿਆਦਾ ਪਤਾ, ਅਸੀਂ ਉਹ ਪ੍ਰੋਵਾਈਡ ਕਰ ਸਕਦੇ ਹਾਂ। ਉਦੋਂ ਤੱਕ ਉਹਨਾਂ ਨਾਲ ਗੱਲ ਨਹੀਂ ਸੀ ਕੀਤੀ। ਰਿਲੀਫ ਮੇਜਰ 'ਚ ਸਗੋਂ ਸਭ ਤੋਂ ਇੰਪੋਰਟੈਂਟ ਫੈਕਟਰ ਹੈ। ਸਾਡੇ ਕੋਲ ਇੱਕ ਐਡੀ ਵੱਡੀ ਇੰਸਟੀਟਿਊਸ਼ਨ ਹੈ ਜਿਹਨੂੰ ਲੋਕ ਸਟੇਟ ਵਿਦਨ ਸਟੇਟ ਵੀ ਕਹਿੰਦੇ ਨੇ, ਕਿ ਜੇ ਉਹਦੇ ਕੋਲ, ਕਿਉਂਕਿ
ਜਿੰਨਾ ਤਾਣਾ ਬਾਣਾ ਆਲੇ ਦੁਆਲੇ ਗੁਰਦੁਆਰਿਆਂ 'ਚ ਰਿਸੀਵਰ ਦਾ ਉਹਨਾਂ ਨੇ ਕਹਿੰਦਾ ਅਸੀਂ ਸਲਾਮਾਂ ਸਾਰੀਆਂ ਖੋਲ੍ਹਤੀਆਂ, ਬੰਦੇ ਤੁਸੀਂ ਲਿਆਉਣੇ ਨੇ ਇੱਥੇ ਲਿਆਓ, ਲੰਗਰ ਪੱਕਿਆ ਹੋਇਆ ਚਾਹੀਦਾ ਸੀ ਉਹ ਦੇਣ ਲਈ ਤਿਆਰ ਆ, ਸਾਰੀਆਂ ਚੀਜ਼ਾਂ ਮਤਲਬ ਉਹ ਕੋਆਰਡੀਨੇਸ਼ਨ ਜਿਹੜੀ ਚਾਹੀਦੀ ਹੈ ਇੱਕ ਦੂਜੇ ਦੇ ਨਾਲ। ਦੈਟ ਇਜ਼ ਮੋਰ ਇੰਪੋਰਟੈਂਟ। ਮੈਨੂੰ ਲੱਗਦਾ 16-17 ਗੁਰਦੁਆਰੇ ਨੇ ਪੰਜਾਬ ਦੇ ਵਿੱਚ, ਹਰ ਪਿੰਡ 'ਚ ਕਈਆਂ ਪਿੰਡਾਂ ਦੇ ਵੀ ਨੇ, ਹਰ ਪਿੰਡ 'ਚ 2-2 ਗੁਰਦੁਆਰੇ, 3-3 ਤੇ ਵੀ ਇਹ ਇੱਕਦਮ ਜਿਹੜਾ ਇਹ ਰਿਲੀਫ ਹੈ, ਜਿਹੜਾ ਫੌਰੀ ਰਿਲੀਫ ਹੈ, ਜਿਹੜਾ ਇਹ ਲੋਕਾਂ ਨੂੰ ਪ੍ਰੋਵਾਈਡ ਹੋ ਸਕਦਾ ਉੱਥੋਂ ਭਾਈਚਾਰਕ ਕਮਿਊਨਿਟੀ 'ਚ। ਪੰਜਾਬ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਸੇਵਾ ਦੀ ਬਹੁਤ ਭਾਵਨਾ ਹੈਗੀ ਹੈ, ਲੋਕੀ ਆਪਣੇ ਆਪ ਸੇਵਾ ਨੂੰ ਅੱਗੇ ਆਉਂਦੇ ਆ ਤੇ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਐਨਰਜਾਈਜ਼ ਕਰ ਲੈਣ ਐਡਮਿਨਿਸਟ੍ਰੇਸ਼ਨ, ਤਾਂ ਜਿੰਨਾ ਰਿਲੀਫ ਬੜਾ ਫਾਸਟ ਹੋ ਜਾਂਦਾ ਹੈ। ਸੋ ਲੋਕਾਂ ਦੇ ਵਿੱਚ ਤਾਂ ਸੇਵਾ ਭਾਵਨਾ ਪਹਿਲਾਂ ਹੀ ਬਹੁਤ ਹੈ। ਚਲੋ ਇਸੇ ਨੋਟ ਤੇ ਅੱਜ ਦੀ ਚਰਚਾ ਆਪਾਂ ਸਮਾਪਤ ਕਰਦੇ ਹਾਂ ਕਿ ਓਵਰਆਲ ਚਾਹੇ ਉਹ ਪੋਲੀਟੀਸ਼ੀਅਨ ਹੋਣ, ਬਿਊਰੋਕਰੇਟ ਹੋਣ, ਜਾਂ ਡਿਫਰੈਂਟ ਡਿਪਾਰਟਮੈਂਟਸ ਦੇ ਲੋਕ ਹੋਣ, ਜਾਂ ਸਧਾਰਨ ਲੋਕ, ਸਭ ਨੂੰ ਆਪੋ ਆਪਣੇ ਲੈਵਲ ਤੇ ਚੀਜ਼ਾਂ ਨੂੰ ਦੇਖਣ ਦੀ ਤੇ ਬਾਚਣ ਦੀ ਕੁਐਸਚਨ ਹੈ। ਔਰ ਬੜੀ ਗੱਲ ਇਹ ਹੈ ਕਿ ਜਿਹੜਾ ਫਲੱਡ ਵਰਗਾ ਜਾਂ ਡਿਜ਼ਾਸਟਰ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਰਹਿੰਦੇ ਨੇ, ਉੱਥੇ ਦਾ ਜਿਹੜਾ ਚਾਹੇ ਉਹ ਬਜਟ ਹੋਵੇ, ਫੰਡਸ ਹੋਣ, ਇੱਕ ਤਾਂ ਮੌਕੇ ਤੇ ਜਾਰੀ ਕਰਨ ਦਾ ਸਵਾਲ ਹੈ, ਜਾਰੀ ਕੀਤਾ ਵੀ ਸਹੀ ਜਗ੍ਹਾ ਲੱਗੇ, ਇਹ ਵੀ ਓਡਾ ਹੀ ਵੱਡਾ ਕੁਐਸਚਨ ਹੈ ਕਿ ਉਸ ਮਾਮਲੇ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਸੁਪਰਵਿਜ਼ਨ ਉਸ ਪੱਧਰ ਦੇ ਉੱਤੇ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜ਼ਿੰਦਗੀ ਨਾਲ ਸੰਬੰਧਿਤ ਸਵਾਲ ਨੇ। ਬਾਕੀ ਹੋਰ ਚੀਜ਼ਾਂ ਤੇ ਇੱਧਰ ਉੱਧਰੋਂ ਮਾੜੀ ਮੋਟੀ ਕਰਪਸ਼ਨ ਵੀ ਕੋਈ ਕਰਦਾ ਆਲੇ ਦੁਆਲੇ, ਉਹ ਚੀਜ਼ਾਂ ਲੋਕ ਉਹ ਕਰਦੇ ਨੇ। ਇਹ ਇਮੋਸ਼ਨਲ ਤੇ ਜਜ਼ਬਾਤੀ ਸਵਾਲ ਨੇ, ਖਾਸ ਤੌਰ ਤੇ ਗੁਰੂਆਂ ਦੀ ਧਰਤੀ ਤੇ ਜਿੱਥੇ ਸਾਰੀਆਂ ਚੀਜ਼ਾਂ ਨੇ, ਜਾਨ ਮਾਲ ਦੀ ਰਾਖੀ ਦੇ ਕੁਐਸਚਨ, ਲੋਕ ਆਪ ਵੀ ਅੱਗੇ ਆਉਂਦੇ ਨੇ। ਇਕੱਲੇ ਪੰਜਾਬੀ ਦਾ ਖਾਸ ਤੌਰ ਤੇ ਕਿਤੇ ਵੀ ਕੋਈ ਗੱਲ ਹੋ ਜਾਂਦੀ ਹੈ, ਚਾਹੇ ਕਰੋਨਾ ਦਾ ਮਾਮਲਾ ਸੀ, ਚਾਹੇ ਵੱਖ-ਵੱਖ ਮਾਮਲੇ ਸੀ, ਸਾਰੀਆਂ ਜਗ੍ਹਾ ਤੇ ਗਏ। ਔਰ ਸੇਵਾ ਦੀ ਜਿਹੜੀ ਇੱਕ ਭਾਵਨਾ ਹੈ ਸਾਡੀ ਸੁਸਾਇਟੀ ਦੇ ਵਿੱਚ, ਉਹਨੂੰ ਤਾਂ ਵਡਿਆਉਣਾ ਹੀ ਚਾਹੀਦਾ। ਉਹ ਤਾਂ ਆਪਣੇ ਆਪ 'ਚ ਇੱਕ ਲਾਮਿਸਾਲ ਹੈ, ਕਿਉਂਕਿ ਦੁਨੀਆ ਵੀ ਉਹਦੀ ਕਦਰ ਕਰਦੀ ਹੈ। ਪਰ ਸਾਡੇ ਪ੍ਰਸ਼ਾਸਨਿਕ ਤੰਤਰ ਦਾ, ਸਾਡੇ ਪੋਲੀਟੀਸ਼ੀਅਨ ਦਾ, ਉਹਦਾ ਇਰਾਦਾ ਵੀ ਥੋੜ੍ਹਾ ਖੁੱਲ੍ਹਣਾ ਚਾਹੀਦਾ, ਓਵਰਆਲ ਖੁੱਲ੍ਹਣਾ ਚਾਹੀਦਾ, ਦਰਿਆਦਲੀ ਦਿਖਾਉਣੀ ਚਾਹੀਦੀ ਹੈ। ਕੇਵਲ ਨੰਬਰ ਸਕੋਰ ਕਰਨਾ ਹਰ ਗੱਲ 'ਚ ਜ਼ਰੂਰੀ ਨਹੀਂ ਹੁੰਦਾ। ਹਰ ਗੱਲ ਦੇ ਵਿੱਚ ਜਦੋਂ ਠੀਕ ਹੋ ਜਾਏਗੀ, ਇੱਕ ਪਟੜੀ ਤੇ ਚੱਲ ਜਾਏਗੀ, ਨੰਬਰ ਆਪਣੇ ਆਪ ਮਿਲ ਜਾਂਦੇ ਨੇ, ਨੰਬਰਾਂ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਪੈਂਦੀ। ਔਰ ਹੁਣ ਇਹ ਤੋਂ ਬਾਅਦ ਦਾ ਜੋ ਮਾਹੌਲ ਹੋਏਗਾ, ਉਹਨੂੰ ਜਿਹੜਾ ਨੁਕਸਾਨ ਹੋਇਆ ਉਹਨਾਂ ਤੱਕ ਕਿਵੇਂ ਪ੍ਰੋਪਰ ਪਹੁੰਚੇ, ਜਿਹੜੇ ਲੋਕਾਂ ਦਾ ਨੁਕਸਾਨ ਹੋਇਆ, ਜਿੰਨਾ ਵੀ ਡਿਜ਼ਾਸਟਰ ਮੈਨੇਜਮੈਂਟ ਰਿਲੀਫ ਫੰਡ ਦੇ ਤਹਿਤ ਹੋਏਗਾ, ਚਾਹੇ ਉਹ ਕਿਸੇ ਹੋਰ ਰੂਪ ਦੇ ਵਿੱਚ ਕੰਪਨਸੇਸ਼ਨ ਹੋਵੇ, ਜਿਹੜਾ ਵੀ ਕੰਪਨਸੇਸ਼ਨ ਪਹੁੰਚਾ ਸਕਦੇ ਹੋਣ ਉਹ ਹੈ। ਇਹ ਇਕੱਲੇ ਕਿਸਾਨੀ ਦੇ ਕੁਐਸਚਨ ਨਹੀਂ ਹੈ, ਉਦੋਂ ਹੇਠਲਾ ਪੇਂਡੂ ਜਿਹੜਾ ਗਰੀਬ ਤਬਕਾ ਵੀ ਹੈ, ਜਿਨ੍ਹਾਂ ਦੇ ਤਾਂ ਕਿਸਾਨਾਂ ਦੇ ਤਾਂ ਕੁਝ ਨਾ ਕੁਝ ਹੋ ਜਾਂਦਾ ਫਿਰ ਵੀ, ਔਰ ਜਿਹੜੇ ਕੋਈ ਮਨਰੇਗਾ ਦੀ ਦਿਹਾੜੀ ਲਈ ਕਰਦਾ, ਕੋਈ ਫਲਾਣੇ ਦੀ ਦਿਹਾੜੀ ਲਈ ਕਰਦਾ, ਕੋਈ ਇੱਧਰ ਉੱਧਰ ਕਰਦਾ, ਉਸ ਪਾਸੇ ਵੀ ਖਾਸ ਤੌਰ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਔਰ ਇਸੇ ਲਈ ਇੱਕ ਲੰਮੀਆਂ ਜਿਹੜੀਆਂ ਚਰਚਾਵਾਂ ਦੇ ਵਿੱਚ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਜ਼ਰੂਰ ਆਪਣੀ ਫੀਡਬੈਕ ਦੇਣਾ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।